नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम इमीग्रेशन मैटर्स विच मैं हाँ तरनजीत कौर घुम्मण। दोस्तों हाजिर जी लैके तुहाडा अपना प्रोग्राम जिहदे विच गलबात करांगे कैनेडियन इमीग्रेशन संबंधी। ਕੀ ਤੁਸੀਂ ਇੱਕ ਇੰਟਰਨੈਸ਼ਨਲ ਸਟੂਡੈਂਟ ਹੋ ਜਾਂ ਫਿਰ ਤੁਸੀਂ ਇੱਥੇ LMIA ਦੀ ਇਸ ਵਕਤ ਤਲਾਸ਼ ਵਿੱਚ ਹੋ? LMIA ਲਈ ਅਪਲਾਈ ਕੀਤਾ ਪਰ ਅਜੇ ਤੱਕ ਕੋਈ ਰਿਪਲਾਈ ਨਹੀਂ ਆਇਆ ਜਾਂ ਫਿਰ ਐਕਸਪ੍ਰੈਸ ਐਂਟਰੀ ਲਈ ਪੁਆਇੰਟਸ ਪੂਰੇ ਨਹੀਂ ਬਣ ਪਾ ਰਹੇ। ਅੱਜ ਕਈ ਅਜਿਹੇ ਹੀ ਮੁੱਦਿਆਂ ਨੂੰ ਅਸੀਂ ਛੂਵਾਂਗੇ। ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈਗਾ, ਵੀਜ਼ਾ ਐਕਸਪਾਇਰ ਹੋ ਰਿਹਾ, ਐਕਸਟੈਂਡ ਕਰਨਾ ਜਾਂ ਇਹੋ ਜਿਹੇ ਕੋਈ ਹੋਰ ਵੀ ਤੁਹਾਡੇ ਸਵਾਲ ਹੈਗੇ ਨੇ, ਇਸ ਸੰਬੰਧੀ ਤੁਸੀਂ ਸਾਨੂੰ ਅੱਜ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਇਹਨਾਂ ਸਾਰੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਸਵਾਗਤ ਹੈ ਸਰ। ਥੈਂਕ ਯੂ ਵੈਰੀ ਮਚ ਤਰਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਤੇ RD ਵੱਲੋਂ ਮਨੂ ਦੱਤਾ ਤੇ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ। ਕੀ ਹਾਲ ਚਾਲ ਨੇ ਸਰ? ऑल गुड तरन, थैंक यू वेरी मच। बिल्कुल सर, पैंडेमिक की सैकंड वेव काफी कुछ खुल भी रहा वा। इमीग्रेशन की गल करिए जिहड़ी आ काफी लोग इस वक्त आसां लगाई बैठे सी कि US तो बाद जिवें कि उत्थे इलैक्शनस ने हजे माहौल काफी उत्थे इमीग्रेशन नूं लैके सख्त है। कैनेडा वाल काफी लोग रुख कर रहे सीगे। सो कैनेडियन इमीग्रेशन दे विच ताज़ा अपडेट्स हर हफ्ते कुछ ना कुछ नवा आ रहा है। खास तौर पे इस वक्त जो लेटेस्ट अपडेशन सोशल मीडिया ते भी असीं देख रहे हैं, अल्बर्टा नूं लैके काफी आ रही ने कि LMIS ਨੂੰ ਲੈ ਕੇ ਉੱਥੇ ਕਾਫੀ ਇਸ ਵਕਤ ਲੋਕਾਂ ਦੇ ਕੁਐਸਚਨ ਮਾਰਕ ਲੱਗੇ ਹੋਏ ਨੇ ਪੇਪਰਸ ਦੇ ਉੱਤੇ। ਇਹਦੇ ਬਾਰੇ ਕੀ ਨਵੀਂ ਅਪਡੇਸ਼ਨ ਹੈ? ਕਰਨ ਬੇਸਿਕਲੀ ਰੀਸੈਂਟ ਅਪਡੇਟਸ ਆਈਆਂ ਹੈਗੀਆਂ ਉੱਥੋਂ ਦੇ ਲੇਬਰ ਐਂਡ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ। ਜੇਸਨ ਕੌਪਿੰਗਸ ਹੈਗੇ ਨੇ ਜਿਹੜੇ ਐਲਬਰਟਾ ਦਾ ਬੇਸਿਕਲੀ ਇਸ਼ੂ ਕੀ ਚੱਲ ਰਿਹਾ ਕਿ ਅਸੀਂ ਦੇਖਿਆ ਕਿ ਜਦੋਂ ਤੋਂ NDP ਸਰਕਾਰ ਵੀ ਸੀਗੀ, ਹੁਣ ਕੰਜ਼ਰਵੇਟਿਵ ਸਰਕਾਰ ਵੀ ਹੈਗੀ ਹੈ, ਵੀ ਹੈਵ ਸੀਨ ਦ ਇਕਨੋਮੀ ਆਫ ਐਲਬਰਟਾ ਹੈਜ਼ ਨਾਟ ਬੀਨ ਡੂਇੰਗ ਵੈਲ ਬਿਕੋਜ਼ ਆਇਲ ਪ੍ਰਾਈਸਿਸ ਡਾਊਨ ਹੋਣ ਕਰਕੇ ਉਹਨਾਂ ਦੀ ਸਾਰੀ ਅਰਥਵਿਵਸਥਾ, ਉਹਨਾਂ ਦੀ ਸਾਰੀ ਇਕਨੋਮੀ ਇਟ ਹੈਜ਼ ਸੀਨ ਲੋਟ ਆਫ ਟਰਮੋਇਲ। ਉਹਦੇ ਕਰਕੇ ਬੇਸਿਕਲੀ ਹੋ ਕੀ ਰਿਹਾ ਸੀਗਾ, ਜੌਬਸ ਦਾ ਘਾਟਾ ਹੋ ਰਿਹਾ ਉੱਥੇ। ਜੌਬਸ ਦਾ ਘਾਟਾ ਹੁਣ ਕੀ ਇਸ ਸਟੇਜ ਤੇ ਆ ਗਿਆ, ਕੋਵਿਡ ਨੇ ਹੋਰ ਵੀ ਮਾਰ ਮਾਰੀ ਹੈ। ਹੁਣ ਬੇਸਿਕਲੀ ਜਿਹੜੀਆਂ ਜੌਬਸ ਲੋਕਲ ਐਲਬਰਟਨਸ ਨੂੰ ਮਿਲਣੀਆਂ ਚਾਹੀਦੀਆਂ ਸੀਗੀਆਂ ਉਹ ਫੋਰਨ ਵਰਕਰਸ ਵੀ ਆ ਕੇ ਉਹੀ ਜੌਬਸ ਕਰ ਰਹੇ ਨੇ। ਸੋ ਦੇਅਰ ਹੈਜ਼ ਬੀਨ ਅ ਰੀਸੈਂਟ ਐਗਰੀਮੈਂਟ ਬਿਟਵੀਨ ਦਾ ਪ੍ਰੋਵਿੰਸ਼ੀਅਲ ਐਂਡ ਦਾ ਫੈਡਰਲ ਗਵਰਨਮੈਂਟ ਇਨ ਐਲਬਰਟਾ। ਉਹਦੇ ਕਰਕੇ ਰੀਸੈਂਟ ਅਪਡੇਟਸ ਇਹ ਹੈਗੀਆਂ ਕਿ 800 LMIAs ਜਿਹੜੀਆਂ ਕਰੰਟਲੀ ਚੱਲ ਰਹੀਆਂ ਹੈਗੀਆਂ ਦੇ ਵਿਲ ਨਾਟ ਗੈਟ ਅਪਰੂਵਡ। ਸੋ ਐਲਬਰਟਾ ਦੀ ਇਹ ਲੇਟੈਸਟ ਡਿਵੈਲਪਮੈਂਟ ਹੈਗੀ। ਸੋ ਇਟ ਡਸਨਟ ਮੈਟਰ ਕਿ ਚਾਹੇ ਉਹ ਐਲੀਜੀਬਲ ਹੈਗੇ ਆ ਜਾਂ ਨਹੀਂ ਹੈਗੇ। ਹਾਂਜੀ, ਉਹ ਬੇਸਿਕਲੀ ਗਵਰਨਮੈਂਟਸ ਨੇ ਐਗਰੀਮੈਂਟ ਹੀ ਇਸ ਤਰ੍ਹਾਂ ਦਾ ਕਰ ਲਿਆ। ਐਲਬਰਟਾ ਗਵਰਨਮੈਂਟ ਚਾਹੁੰਦੀ ਹੈ ਕਿ ਉਹ ਜਿਹੜੀਆਂ ਜੌਬਸ ਹੋਣ, ਜਿਹੜੀਆਂ ਫੋਰਨ ਵਰਕਰਸ ਤੋਂ ਜਾਣ ਤੋਂ ਪਹਿਲਾਂ ਉਹ ਸਾਡੇ ਲੋਕਲ ਐਲਬਰਟਨਸ ਨੂੰ ਮਿਲਣ। ਸੋ ਦੈਟ ਇਜ਼ ਦਾ ਰੀਜ਼ਨ ਉਹ 1350-1500 ਐਪਲੀਕੇਸ਼ਨਸ ਟਾਰਗੇਟ ਕਰ ਰਹੇ ਨੇ ਕਿ ਅਸੀਂ 1350-1500 ਫੋਰਨ ਵਰਕਰਸ ਨੂੰ ਆਣ ਨਹੀਂ ਦੇਣਾ। ਸੋ LMIAs ਉਹਨਾਂ ਦੇ ਅਪਰੂਵ ਨਹੀਂ ਹੋਣੇ। ਸੋ ਬੇਸਿਕਲੀ ਐਜ਼ ਅ ਇੰਪਲੋਇਰ ਤੁਸੀਂ ਕੀ ਚਾਹੁੰਦੇ ਹੈਗੇ ਹੋ? ਤੁਸੀਂ ਚਾਹੁੰਦੇ ਹੋ ਕਿ ਮੇਰੇ ਬਿਜ਼ਨਸ ਦੇ ਵਿੱਚ ਭਾਵੇਂ ਮੈਂ ਕੋਈ ਰੈਸਟੋਰੈਂਟ ਚਲਾ ਰਿਹਾ, ਕੋਈ ਕਾਲ ਸੈਂਟਰ ਚਲਾ ਰਿਹਾ, ਕੋਈ ਗੈਸ ਸਟੇਸ਼ਨ ਚਲਾ ਰਿਹਾ, ਮੇਰੇ ਕੋਲ ਵਰਕ ਫੋਰਸ ਹੋਵੇ ਮੇਰਾ ਬਿਜ਼ਨਸ ਨੂੰ ਰਨ ਕਰਨ ਵਾਸਤੇ। ਜਦੋਂ ਤੁਸੀਂ ਬਿਜ਼ਨਸ ਵਾਸਤੇ ਤੁਹਾਨੂੰ ਵਰਕ ਫੋਰਸ ਨਹੀਂ ਮਿਲਦੀ ਤਾਂ ਹੀ ਤੁਸੀਂ LMIA ਦੀ ਐਪਲੀਕੇਸ਼ਨ ਪਾਉਂਦੇ ਹੋ ਤੇ ਤੁਹਾਨੂੰ ਲੱਗਦਾ ਕਿ ਫੋਰਨ ਵਰਕਰ ਆ ਕੇ ਉਹ ਜੌਬ ਬੈਟਰ ਕਰ ਸਕਦਾ ਹੈਗਾ ਜਦੋਂ ਲੋਕਲਸ ਤੁਹਾਨੂੰ ਨਹੀਂ ਮਿਲਦੇ। ਸੋ ਬੇਸਿਕਲੀ ਐਲਬਰਟਾ ਗਵਰਨਮੈਂਟ ਇਜ਼ ਸੇਇੰਗ that for next little while we will not let LMIAs go through and we will not have help in the processing of such applications। ਜੀ ਬਿਲਕੁਲ, ਇਸ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ। ਹਾਂਜੀ, ਹਾਂ ਤਾਂ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਅਸੀਂ ਵੈਨਕੂਵਰ ਤੋਂ ਬੋਲਦੇ ਹਾਂ ਜੀ। ਹਾਂਜੀ, ਅਸੀਂ ਵਿਆਹ ਕਰਕੇ ਆਏ ਸੀ ਜਿਵੇਂ ਇੰਡੀਆ, ਵੀ ਫੈਨ ਲਾਈ ਜੁਲਾਈ ਆ, ਵੀ ਹਜੇ ਕੁਛ ਨਹੀਂ ਆਇਆ ਜੀ। ਤੁਸੀਂ ਸਪਾਊਸ ਵੀਜ਼ਾ ਦੀ ਗੱਲ ਕਰ ਰਹੇ ਹੋ? ਹਾਂਜੀ, ਸਪਾਊਸ ਵੀਜ਼ਾ ਜੀ। ਸਰ ਕੁਝ ਪੁੱਛਣਾ ਚਾਹੁੰਦੇ ਹੋ? ਜੁਲਾਈ ਦੇ ਵਿੱਚ ਫਾਈਲ ਲਗਾਈ ਸੀਗੀ ਸਪਾਊਸਲ ਸਪਾਂਸਰਸ਼ਿਪ ਦੀ। ਹਾਂਜੀ ਨੋ ਪ੍ਰੋਬਲਮ ਜੀ। ਤੁਸੀਂ ਟੀਵੀ ਤੇ ਆਨਸਰ ਸੁਣੋ ਜੀ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਅਲਬਰਟਾ ਤੋਂ ਬੋਲ ਰਹੀ ਹਾਂ ਜੀ। ਦੱਸੋ ਜੀ, ਕੀ ਸਵਾਲ ਹੈ? ਮੈਂ ਇੱਥੇ ਟੈਂਪੋਰਰੀ ਵਰਕ ਪਰਮਿਟ ਸਟੇਟਸ ਤੇ ਹਾਂ, ਮਤਲਬ LMI ਤੇ ਹੀ ਸੀਗੀ ਪਹਿਲਾਂ। 1 year ਦਾ LMI ਸੀਗਾ ਮੇਰੇ ਕੋਲ। ਹੁਣ ਮੇਰੇ ਇੰਪਲੋਇਰ ਨੇ ਦੁਬਾਰਾ ਪਾਇਆ ਹੋਇਆ ਤੇ ਹਜੇ ਤੱਕ ਉਹਦਾ ਕੋਈ ਡਿਸੀਜਨ ਨਹੀਂ ਆਇਆ। ਤਾਂ ਸਾਡਾ ਕੀ ਸੀਨ ਹੋਏਗਾ ਇਹਦੇ ਵਿੱਚ? ਜੀ ਖਾਸ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਦਰਸ਼ਕ ਇਸ ਦੌਰਾਨ ਹੋਰ ਕਾਲ ਕਰ ਰਹੇ ਸੀ, ਅਸੀਂ ਮਾਫੀ ਚਾਹਾਂਗੇ, ਤੁਹਾਡੀ ਕਾਲ ਡਿਸਕਨੈਕਟ ਹੋ ਗਿਆ। ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜਿਨ੍ਹਾਂ ਨੇ ਪਹਿਲਾਂ ਸਰ ਪੁੱਛਿਆ ਸੀ ਕਿ ਸਪਾਊਸ ਫਾਈਲਸ ਦੇ ਬਾਰੇ ਵਿੱਚ। ਕਰਨ ਤੁਹਾਨੂੰ ਯਾਦ ਹੋਏਗਾ ਕਿ ਕੋਵਿਡ ਦੇ ਡਿਊਰਿੰਗ ਐਪਲੀਕੇਸ਼ਨਸ ਤਾਂ ਗਈਆਂ ਬਟ ਪ੍ਰੋਸੈਸਿੰਗ ਕੋਈ ਨਹੀਂ ਹੋਈ। ਅਗਸਤ ਦੇ ਮਹੀਨੇ ਦੇ ਵਿੱਚ ਗਵਰਨਮੈਂਟ ਨੇ ਫਾਈਨਲੀ ਅਨਾਉਂਸ ਕੀਤਾ ਸੀਗਾ ਕਿ ਵੀ ਵਿਲ ਐਕਸਪੀਰਾਈਟ ਦਾ ਸੈਪਟੈਂਬਰ ਦੇ ਮਹੀਨੇ ਦੇ ਵਿੱਚ ਵਿਲ ਐਕਸਪੀਰਾਈਟ ਥੀਸ ਐਪਲੀਕੇਸ਼ਨਸ। ਸੋ ਦਸੰਬਰ ਤੱਕ ਐਕਸਪੈਕਟਡ ਹੈਗਾ ਜੀ ਸਪਾਊਸਲ ਐਪਲੀਕੇਸ਼ਨਸ ਤੇ ਕਾਫੀ ਕੰਮ ਹੋਏਗਾ ਬਿਕੋਜ਼ ਐਕਸਟਰਾ ਸਟਾਫ ਐਕਸਟਰਾ ਟੀਮ ਹੈਜ਼ ਬੀਨ ਅਸਾਈਨਡ ਥੀਸ ਜੌਬਸ। So
ਕਾਫੀ ਹੱਦ ਤੱਕ ਐਪਲੀਕੇਸ਼ਨ, ਬਟ ਵੈਸੇ ਵੀ ਜੁਲਾਈ ਦਾ ਜਿਹੜਾ ਐਕਚੁਅਲ ਪ੍ਰੋਸੈਸਿੰਗ ਟਾਈਮ ਹੈ ਉਹ ਵੀ 1 ਸਾਲ ਦਾ ਹੈਗਾ ਜੀ ਸਪਾਊਸਲ ਐਪਲੀਕੇਸ਼ਨ, ਭਾਵੇਂ ਇਨਲਾਈਨ ਦੀ ਗੱਲ ਕਰੀਏ ਭਾਵੇਂ ਆਊਟਸਾਈਡ ਦੀ ਗੱਲ ਕਰੀਏ। ਸੋ ਹਲੇ ਜਿਹੜੀਆਂ ਨੇ ਐਪਲੀਕੇਸ਼ਨ ਮਾਰਚ ਦੇ ਵਿੱਚ ਲਗਾਈਆਂ ਸੀਗੀਆਂ, ਅਪ੍ਰੈਲ ਦੇ ਵਿੱਚ ਲਗਾਈਆਂ ਸੀਗੀਆਂ, ਉਹਨਾਂ ਦੇ ਫਾਈਲ ਨੰਬਰਸ ਹੁਣ ਆਣੇ ਸ਼ੁਰੂ ਹੋਏ ਨੇ ਅਕਤੂਬਰ ਦੇ ਵਿੱਚ। ਸੋ ਜੁਲਾਈ ਦੇ ਵਾਸਤੇ ਹਲੇ ਤੁਹਾਨੂੰ ਥੋੜਾ ਜਿਹਾ ਹੋਰ ਵੇਟ ਕਰਨਾ ਪਏਗਾ, ਕੀ ਪੇਸ਼ੈਂਸ। ਬਿਲਕੁਲ। ਤੇ ਸਰ ਜਿਨ੍ਹਾਂ ਨੇ ਸੈਕੰਡ ਕੁਐਸਚਨ ਪੁੱਟ ਕੀਤਾ ਸੀ, ਆਪਾਂ ਉਸੇ ਮੁੱਦੇ ਉੱਤੇ ਗੱਲਬਾਤ ਕਰ ਰਹੇ ਹਾਂ ਐਲਐਮਆਈ ਦੀਆਂ ਐਪਲੀਕੇਸ਼ਨਸ ਦੇ ਬਾਰੇ ਵਿੱਚ। ਸਰ ਜਿਨ੍ਹਾਂ ਦੇ ਆਲਰੇਡੀ ਕੇਸਸ ਲੱਗੇ ਹੋਇਆ, ਕੀ ਉਹ ਵੀ ਇਹਦੇ ਨਾਲ ਪ੍ਰਭਾਵਿਤ ਹੋਣਗੇ? ਸਾਰੀਆਂ ਐਪਲੀਕੇਸ਼ਨਸ ਇਫੈਕਟ ਹੋਣਗੀਆਂ ਜਿਹੜੀਆਂ LMIA ਦੀਆਂ ਕਰੰਟਲੀ ਚੱਲ ਰਹੀਆਂ ਹੈਗੀਆਂ ਜਾਂ ਕਰੰਟਲੀ ਜਿਨ੍ਹਾਂ ਨੇ ਐਪਲੀਕੇਸ਼ਨ ਪੁੱਟ ਅਪ ਕਰਨੀ ਹੈਗੀ ਹੈ, ਜਿਨ੍ਹਾਂ ਦੀ ਐਡਵਰਟਾਈਜ਼ਮੈਂਟ ਚੱਲ ਰਹੀ ਸੀ। ਸੋ ਆਲ ਸੱਚ ਐਪਲੀਕੇਸ਼ਨ ਵੁੱਡ ਗੈਟ ਅਫੈਕਟਡ। ਇਹ ਕਿੰਨੀ ਦੇਰ ਤੱਕ ਇਫੈਕਟ ਰਹੇਗਾ? ਇਹ ਟੈਂਪਰੇਰੀਲੀ ਹਲੇ ਇੰਨੀਆਂ ਐਪਲੀਕੇਸ਼ਨ 1350-800 ਐਪਲੀਕੇਸ਼ਨਸ ਨਜ਼ਰ ਆ ਰਹੀਆਂ, ਐਂਡ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਟਾਈਮ ਪੀਰੀਅਡ ਡਿਊਰੇਸ਼ਨ ਵੀ ਵੱਧ ਜਾਵੇ। ਸੋ ਖਾਸ ਕਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਿਨ੍ਹਾਂ ਕੋਲ ਸਾਲ 1.5 ਸਾਲ ਹਲੇ ਪਿਆ ਹੋਇਆ ਹੈਗਾ, ਦੇ ਵਰ ਵੇਟਿੰਗ ਕਿ ਅਸੀਂ PNP ਦੇ ਵਿੱਚ ਜਾਂ LMIA ਦੇ ਨਾਲ ਅਸੀਂ ਕੁਆਲੀਫਾਈ ਕਰ ਜਾਵਾਂਗੇ ਅਲਬਰਟਾ ਦੇ ਵਿੱਚ ਖਾਸ ਕਰ, they have to think now ਕਿ what options they have ਕਿ ਕਿਹੜੀ ਆਪਸ਼ਨ ਉਹਨਾਂ ਵਾਸਤੇ ਵਰਕ ਕਰੇਗੀ। ਇਸ ਤਰ੍ਹਾਂ ਨਹੀਂ ਕਿ ਤੁਸੀਂ ਬੈਠੇ ਰਹੋ ਐਂਡ ਤੁਹਾਡਾ ਟਾਈਮ ਪੀਰੀਅਡ ਜਾਂਦਾ ਰਹੇ, ਅੰਤ ਦੇ ਵਿੱਚ ਤੁਹਾਨੂੰ ਪਤਾ ਚੱਲੇ ਕਿ ਤੁਸੀਂ ਤੇ you will have to leave the country. So plan your process and ਤੁਹਾਡੀ ਕਿਹੜੀਆਂ ਆਪਸ਼ਨ ਵਰਕ ਕਰਨਗੀਆਂ now, don't wait. ਸਰ ਜਿਨ੍ਹਾਂ ਨੇ ਜਿਵੇਂ ਇਸ ਅਸੀਂ ਕੇਸ ਦੀ ਐਗਜ਼ਾਮਪਲ ਲੈ ਲਈ, ਜਿਨ੍ਹਾਂ ਨੇ ਮੈਮ ਨੇ ਕਾਲ ਕੀਤੀ ਹੈ, ਆਲਰੇਡੀ ਇੱਕ ਵਾਰੀ LMI ਅਪਰੂਵਡ ਹੋ ਗਈ ਸੀ, ਉਹਨਾਂ ਨੇ ਇੱਥੇ ਕੰਮ ਕੀਤਾ ਹੈ ਸਾਲ ਦਾ, ਉਸ ਤੋਂ ਬਾਅਦ ਉਹਨਾਂ ਦੀ LMI ਦੁਬਾਰਾ ਲਗਾਈ ਜਾ ਰਹੀ ਹੈ, ਇਹਨਾਂ ਨੂੰ ਵੀ ਮਤਲਬ ਇਹਦੇ ਵਿੱਚ ਕੋਈ ਛੋਟ ਨਹੀਂ ਹੈ? ਤੁਹਾਨੂੰ ਯਾਦ ਹੈਗਾ ਕਿ ਅੱਜ ਤੋਂ 4-5 ਸਾਲ ਪਹਿਲੇ ਇੱਕ ਬਲੈਂਕਟ ਲਾਅ ਆ ਗਿਆ ਸੀਗਾ ਕਿ ਰੈਸਟੋਰੈਂਟ ਇੰਡਸਟਰੀ ਦਾ ਕੋਈ ਵੀ LMI ਥਰੂ ਨਹੀਂ ਹੋਏਗਾ। ਉਹਦਾ ਰੀਜ਼ਨ ਕੀ ਸੀਗਾ? ਕਿਉਂਕਿ ਹਸਪਿਟੈਲਿਟੀ ਸੈਕਟਰ ਦੇ ਵਿੱਚ ਉਸ ਵੇਲੇ ਇੱਕ ਗਵਰਨਮੈਂਟ ਨੇ ਜਦੋਂ ਡਿਸੀਜਨ ਲੈ ਲਿਆ ਤਾਂ ਬਲੈਂਕਟ ਡਿਸੀਜਨਸ ਹੁੰਦੇ ਨੇ, ਉਹਦੇ ਵਿੱਚ ਕੋਈ ਵੀ everybody who is concerned with that industry gets affected. So ਇਸੇ ਤਰ੍ਹਾਂ ਦਾ ਹੀ ਆ ਡਿਸੀਜਨ, ਇਹ ਕੋੜੇ ਕੁੱਟ ਹੁੰਦੇ ਨੇ ਗਵਰਨਮੈਂਟ ਜਿਹੜੇ ਲੈਂਦੀ ਹੈਗੀ ਹੈ। ਸੋ ਅਨਫੋਰਚੂਨੇਟਲੀ ਔਰ ਫੋਰਚੂਨੇਟਲੀ ਗਵਰਨਮੈਂਟ ਹੁਣ ਨੂੰ ਇਸ ਡਿਸੀਜਨ ਲੈਣਾ ਪਿਆ ਅਲਬਰਟਾ ਦੀ ਗਵਰਨਮੈਂਟ ਵਾਸਤੇ, ਬਿਕੋਜ਼ 1000 ਜੌਬਸ ਹੈਗੀਆਂ, ਭਾਵੇਂ 800 ਜੌਬਸ ਹੈ, ਭਾਵੇਂ 1500 ਜੌਬਸ ਹੈਗੀਆਂ, ਬਟ ਈਚ ਐਂਡ ਐਵਰੀ ਜੌਬ ਇਜ਼ ਵੈਰੀ ਵੈਰੀ ਇੰਪੋਰਟੈਂਟ ਉਹਨਾਂ ਨੂੰ ਨੰਬਰਸ, ਉਹਨਾਂ ਦੇ ਨੰਬਰਸ ਵਾਸਤੇ। ਕੀ ਇਸ ਦੇ ਵਿੱਚ ਕੋਈ ਖਾਸ ਸੈਕਟਰ ਦੀਆਂ LMIs ਪ੍ਰਭਾਵਿਤ ਹੋਣਗੇ ਜਾਂ ਓਵਰਆਲ ਕਿਸੇ ਤੇ ਵੀ ਇਹ ਗੱਲ ਜਿਹੜੀ ਤਲਵਾਰ ਲਟਕ ਸਕਦੀ ਹੈ? ਤਰਨ ਜੀ ਕਿਹਾ ਜਾ ਰਿਹਾ ਕਿ 450 ਆਕੂਪੇਸ਼ਨਸ ਅਫੈਕਟ ਹੋਣਗੇ ਇਹਦੇ ਤੋਂ, ਐਂਡ ਖਾਸ ਕਰ ਫੂਡ ਸਰਵਿਸ, ਫੂਡ ਸੈਕਟਰ, ਉਸ ਤੋਂ ਬਾਅਦ ਕਸਟਮਰ ਸਰਵਿਸ ਸੈਕਟਰ, ਇਹ ਮੇਨ ਟੈਕਨੀਕਲ ਸੈਕਟਰਸ ਵੀ ਹੈਗੇ ਨੇ, ਈਵਨ ਕੰਸਟਰਕਸ਼ਨ ਇੰਡਸਟਰੀ ਦਾ ਵੀ ਕਿਹਾ ਜਾ ਰਿਹਾ ਹੈ ਕਿ ਦਿਸ ਸੈਕਟਰ ਵਿਲ ਆਲਸੋ ਗੈਟ ਅਫੈਕਟਡ। ਤੁਹਾਨੂੰ ਯਾਦ ਹੋਏਗਾ ਕਿ ਕੰਸਟਰਕਸ਼ਨ ਇਜ਼ ਅ ਮੇਜਰ ਕੰਪੋਨੈਂਟ ਅਲਬਰਟਾ ਦੇ ਵਿੱਚ। ਜੀ ਇਹਦੇ ਬਾਰੇ ਗੱਲ ਕਰਾਂਗੇ ਕਿ ਦਰਸ਼ਕ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਵਿਨੀਪੈਗ ਤੋਂ ਬੋਲਦੇ ਨੇ ਜੀ। ਦੱਸੋ ਜੀ ਕੀ ਸਵਾਲ ਹੈ? ਸਵਾਲ ਇਹ ਹੈ, ਮੇਰੇ ਨਾ ਬ੍ਰਦਰ ਦੀ ਫਾਈਲ ਲਾਈ ਸੀਗੀ ਤੇ ਉਹਦਾ ਕੋਈ ਫਾਈਲ ਨੰਬਰ ਨਹੀਂ ਆਇਆਗਾ। 2 ਫਰਵਰੀ ਨੂੰ ਲਾਈ ਹੋਈ ਆ, 28 ਫਰਵਰੀ ਨੂੰ। ਜੀ ਕਿਸ ਬੇਸ ਤੇ ਲਗਾਈ ਹੈ, ਕਿਸ ਚੀਜ਼ ਦੀ ਫਾਈਲ ਲਗਾਈ ਹੈ? PR ਵਿਆਹ ਕਰਵਾ ਕੇ ਵੀ ਉਹ ਇੱਥੋਂ ਦੀ ਸੀ ਕੁੜੀ, PR ਜਿਹਦੇ ਨਾਲ ਮੈਰਿਜ ਹੋਈ ਹੈ ਜੀ। ਸਰ ਕੁਝ ਪੁੱਛਣਾ ਚਾਹੁੰਦੇ? PR ਹੀ ਫਾਈਲ ਲਾਈ ਸੀ। ਹਾਂਜੀ, ਤੇ ਉਹ ਕੋਈ ਹਜੇ ਪਤਾ ਨਹੀਂ ਹੈਗਾ ਵੀ ਹੁਣ ਅਸੀਂ ਕੀ ਕਰੀਏ। ਤੁਸੀਂ ਟੀਵੀ ਸਕਰੀਨ ਤੇ ਸਾਗਰ ਭੇਜੀ ਆ ਤੇ ਵੀ ਉੱਥੋਂ ਕੋਈ ਨਹੀਂ ਵੀ ਉਹਦਾ ਕੀ ਹੈਗਾ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। जी जो आंसर क्यों नहीं आएगा जी? क्या इमिग्रेशन मिनिस्टर, इमिग्रेशन डिपार्टमेंट, CIC ਇਸੇ ਵਾਸਤੇ ਕੰਮ ਕਰ ਰਹੇ ਕਿ ਹਰ ਐਪਲੀਕੇਸ਼ਨ ਨੂੰ ਉਹ ਟਾਈਮਲੀ ਰਿਸਪੌਂਸ ਕਰ ਸਕਣ। ਤੁਹਾਡਾ ਫਰਵਰੀ ਤੋਂ ਫਾਈਲ ਲੱਗੀ ਹੋਈ ਹੈ, देयर इज सम ਇਸ਼ੂ ਬਿਕੋਜ਼ ਮਾਰਚ ਅਪ੍ਰੈਲ ਦੀ ਫਾਈਲਸ ਦੇ ਉੱਤੇ ਨੰਬਰ ਆਣੇ ਸ਼ੁਰੂ ਹੋ ਚੁੱਕੇ ਨੇ। ਸੋ ਆਪਣੇ ਕੰਸਲਟੈਂਟ, ਜਿਹੜੇ ਵੀ ਕੰਸਲਟੈਂਟ ਲਾਇਰ ਦੀ ਤੁਸੀਂ ਹੈਲਪ ਲਿੱਤੀ ਸੀ, ਸਲਾਹ ਲਿੱਤੀ ਸੀਗੀ, ਉਹਨਾਂ ਨਾਲ ਕੰਟੈਕਟ ਕਰੋ। there should be some update on your file ਜੀ। ਸਰ ਅਸੀਂ ਜਿਹੜੀ ਅਲਬਰਟਾ ਦੀਆਂ ਐਪਲੀਕੇਸ਼ਨਸ ਦੀ ਗੱਲ ਕਰ ਰਹੇ ਸੀ, ਤੁਸੀਂ ਦੱਸਿਆ ਕਿ ਕਿਹੜੇ ਸੈਕਟਰਸ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਨੇ, ਤੇ ਇੱਕ ਪਾਸੇ ਤਾਂ ਸਰਕਾਰ ਜਿਹੜੀ ਹੈ LMIA ਦੇ ਉੱਤੇ ਇਸ ਵਕਤ ਉਹਨਾਂ ਨੂੰ ਕੈਂਸਲ ਕਰਨ ਦੀ ਗੱਲ ਆਖ ਰਹੀ ਹੈ, ਦੂਜੇ ਪਾਸੇ ਅਲਬਰਟਾ ਨੇ ਕੁਝ ਹੋਰ ਪ੍ਰੋਗਰਾਮਸ ਵੀ ਸ਼ੁਰੂਆਤ ਕੀਤੀ ਹੈ। ਹੁਣ ਤਰਨ ਬੇਸਿਕਲੀ ਜਦੋਂ ਜੌਬਸ ਘੱਟ ਹੋਣ ਜਾਂ ਨਜ਼ਰ ਆ ਰਿਹਾ ਹੋਵੇ ਕਿ ਇਕਨੋਮੀ ਇਜ਼ ਨਾਟ ਡੂਇੰਗ ਵੈਲ, ਜੌਬ ਲਾਸਸ ਕਾਫੀ ਹੈਗੇ ਨੇ, ਉਦੋਂ ਸਭ ਤੋਂ ਇੰਪੋਰਟੈਂਟ ਸੈਕਟਰ ਹੁੰਦਾ ਐਂਟਰਪ੍ਰੈਨਿਓਰਸ ਨੂੰ ਪ੍ਰਮੋਟ ਕਰੋ। ਐਂਟਰਪ੍ਰੈਨਿਓਰ ਜਦੋਂ ਵੀ ਆਏਗਾ ਸਭ ਤੋਂ 2 ਚੀਜ਼ਾਂ ਲੈ ਕੇ ਆਏਗਾ। ਇੱਕ ਤਾਂ ਇਨਫਲੈਕਸ ਆਫ ਮਨੀ ਲੈ ਕੇ ਆਏਗਾ, ਇਨਫਲੈਕਸ ਕਰੇਗਾ ਮਨੀ, ਆ ਕੇ ਇੱਥੇ ਬਿਜ਼ਨਸ ਬਾਏ ਕਰੇਗਾ, ਬਿਜ਼ਨਸ ਸੈਟਅਪ ਕਰੇਗਾ। ਜਦੋਂ ਬਿਜ਼ਨਸ ਬਾਏ ਕਰੇਗਾ, ਬਿਜ਼ਨਸ ਸੈਟਅਪ ਕਰੇਗਾ ਤਾਂ ਉਹਨੂੰ ਜੌਬਸ ਵੀ ਕ੍ਰੀਏਟ ਕਰੇਗਾ। ਸੋ ਲੋਕਲਸ ਵਾਸਤੇ ਇੱਕ ਬਿਜ਼ਨਸ ਨੇ 2-2, 5-5, 4-4 ਜੌਬਾਂ ਵੀ ਕ੍ਰੀਏਟ ਕੀਤੀਆਂ। ਤੇ ਲੁੱਕ ਐਟ ਜੇ
5000 ਬਿਜ਼ਨੈਸਸ ਆਉਂਦੇ ਨੇ ਜਾਂ 2000 ਬਿਜ਼ਨੈਸਸ ਆਉਂਦੇ ਨੇ ਤੇ ਕਿੰਨੀਆਂ ਜੌਬਸ ਕ੍ਰੀਏਟ ਹੋ ਰਹੀਆਂ ਹੈਗੀਆਂ। ਸੋ ਦੈਟ ਇਜ਼ ਅ ਰੀਜ਼ਨ ਐਂਟਰਪ੍ਰੀਨਿਓਰ ਪ੍ਰੋਗਰਾਮ ਨੂੰ ਉੱਥੇ ਪ੍ਰਮੋਟ ਕੀਤਾ ਜਾਏਗਾ। ਐਂਡ ਈਵਨ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਕੈਨੇਡਾ ਦੇ ਵਿੱਚ ਪੜ੍ਹਾਈ ਕਰ ਚੁੱਕੇ ਨੇ, ਅਲਬਰਟਾ ਦੇ ਵਿੱਚ ਪੜ੍ਹਾਈ ਕਰ ਚੁੱਕੇ ਨੇ, ਉਹਨਾਂ ਵਾਸਤੇ ਵੀ ਐਂਟਰਪ੍ਰੀਨਿਓਰ ਪ੍ਰੋਗਰਾਮ ਇੱਕ ਆਉਣ ਵਾਲਾ ਹੈਗਾ। ਸੋ ਉਹਦੀਆਂ ਵੀ ਅਪਡੇਟਸ ਸ਼ਾਰਟਲੀ ਇਨ ਅ ਫਿਊ ਡੇਜ਼ ਵਿਲ ਅਪੀਅਰ ਕਿ ਉਹਦੀ ਪੂਰੀ ਡਿਟੇਲਸ, ਪੂਰੀ ਇੰਟਰੀਗੇਸਿਸ ਕੀ ਹੈਗੀਆਂ। ਤਾਂ ਉਹ ਇਹੋ ਜਿਹੀਆਂ ਚੀਜ਼ਾਂ ਆ ਰਹੀਆਂ ਹੈਗੀਆਂ ਜੀ। ਜਿਹੜੇ ਸਟੂਡੈਂਟਸ ਹੁਣ ਤੱਕ ਅਲਬਰਟਾ ਵਿੱਚ ਜਾ ਕੇ ਉੱਥੇ ਪੀਐਨਪੀ ਦੀ ਓਪਰਚੁਨਿਟੀਜ਼ ਵੇਖਦੇ ਪਏ ਸੀ, ਹੁਣ ਉਹਨਾਂ ਨੂੰ ਤੁਸੀਂ ਕੀ ਸਲਾਹ ਦੋਗੇ? ਕਰਨ ਉਹ ਜੇ ਤੇ ਉਹਨਾਂ ਦੇ ਕੋਲ ਜੌਬ ਆਫਰ ਹੈਗੀ ਹੈ, EMPLOYER ਸਪੋਰਟ ਕਰ ਰਿਹਾ ਐਂਡ PNP ਦੀ ਐਪਲੀਕੇਸ਼ਨ ਪ੍ਰੋਸੈਸ ਹੋ ਚੁੱਕੀ ਹੈ, ਵੀ ਵਿਲ ਟੈਲ them stay there, work there with your employer, ਪੂਰੀ ਸਿੰਸੀਅਰਿਟੀ, ਓਨੈਸਟੀ ਨਾਲ ਕੰਮ ਕਰੋ ਐਂਡ ਆਪਣੇ EMPLOYER ਦਾ ਬਿਜ਼ਨਸ, ਬਿਕੋਜ਼ ਜਦੋਂ ਟਫ ਟਾਈਮਸ ਹੁੰਦੇ ਨੇ EMPLOYER ਆਲਸੋ ਗੈਟਸ ਅਫੈਕਟਡ। ਸੋ ਆਪਣੇ EMPLOYER ਨਾਲ ਪੂਰੀ ਸਿੰਸੀਅਰਿਟੀ ਐਂਡ ਓਨੈਸਟੀ ਨਾਲ ਕੰਮ ਕਰੋ ਤੁਹਾਡੇ EMPLOYER, ਤਾਂ ਕਿ ਤੁਹਾਡੀ ਹਰ ਚੀਜ਼ ਉਹਨਾਂ ਵਾਸਤੇ ਪੋਜ਼ਿਟਿਵ ਜਾਵੇ। ਜਦੋਂ ਵੀ ਤੁਸੀਂ ਕਹਿੰਦੇ ਵਾਟ ਗੋਜ਼ ਅਰਾਊਂਡ ਕਮਸ ਅਰਾਊਂਡ, ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤੁਹਾਡੀ ਮਦਦ ਰੱਬ ਬਾਬਾ ਜੀ ਆਪੇ ਹੀ ਕਰ ਦਿੰਦੇ ਹੈਗੇ ਨੇ। ਸੋ ਕੋਈ ਇਹੋ ਜਿਹਾ ਸਬਬ ਬਣ ਜਾਂਦੇ ਨੇ, EMPLOYER ਕਵੇ ਕਿ ਆਹ ਬੰਦਾ, ਇਸ EMPLOYEE ਨੇ ਮੇਰੇ ਵਾਸਤੇ ਇੰਨਾ ਕੁਝ ਕੀਤਾ, ਵਾਈ ਡੋਂਟ ਆਈ ਹੈਲਪ ਹਿਮ ਆਊਟ ਵਿਦ ਸਮਥਿੰਗ ਐਲਸ। ਸੋ ਯੈਸ, ਓਪਰਚੁਨਿਟੀਜ਼ ਆ ਸਕਦੀਆਂ ਹੈਗੀਆਂ, ਬਟ ਜਿਨ੍ਹਾਂ ਦਾ ਕੋਲ ਹਲੇ 1.25 ਸਾਲ 1.5 ਸਾਲ ਪਿਆ ਹੋਇਆ ਹੈਗਾ, PNP ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਨਜ਼ਰ ਆ ਰਹੀ, LMIA ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਹੀਂ ਨਜ਼ਰ ਆ ਰਿਹਾ, ਦੇ ਸ਼ੁੱਡ ਪਲਾਨ ਕਿ ਕਿਹੜਾ ਪ੍ਰੋਵਿੰਸ, ਕਿਹੜਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਉਹਨਾਂ ਵਾਸਤੇ ਬੈਸਟ ਵਰਕ ਕਰ ਸਕਦਾ। ਉਹਦੇ ਵਾਸਤੇ ਯੂ ਕੈਨ ਆਲਵੇਜ਼ ਕਾਲ ਅਸ ਐਂਡ ਆਲਵੇਜ਼ ਡਿਸਕਸ ਇਟ ਵਿਦ ਅਸ ਐਜ਼ ਵੈਲ। ਐਂਡ ਤੁਹਾਡੇ ਉੱਥੇ ਜੇ ਕੋਈ ਲੋਕਲ ਲਾਇਰ ਹੈਗੇ ਨੇ, ਲੋਕਲ ਇਮੀਗ੍ਰੇਸ਼ਨ ਕੰਸਲਟੈਂਟ ਹੈ, ਗੈਟ ਇਨ ਟੱਚ ਵਿਦ ਦੋਜ਼ ਪੀਪਲ ਐਜ਼ ਵੈਲ ਐਂਡ ਗੈਟ ਸਟ੍ਰੇਟ ਫਾਰਵਰਡ ਐਡਵਾਈਸ। ਐਂਡ ਬਲੌਗਸ ਦੇ ਉੱਤੇ ਨਾ ਪੜਿਆ ਜਾਏ, ਬਿਕੋਜ਼ ਬਲੌਗਸ ਤੋਂ ਕਦੀ ਵੀ ਸਟ੍ਰੇਟ ਫਾਰਵਰਡ ਇਨਫੋਰਮੇਸ਼ਨ ਨਿਕਲ ਕੇ ਨਹੀਂ ਆਉਂਦੀ। ਸਰ, ਜਿਹੜੇ ਤੁਸੀਂ ਨਿਊ ਪਾਇਲਟ ਪ੍ਰੋਜੈਕਟਸ ਦੀ ਗੱਲ ਕਰ ਰਹੇ ਹੋ, ਇਹ ਕਦੋਂ ਤੋਂ ਸ਼ੁਰੂਆਤ ਹੋ ਸਕਦੀ ਹੈ ਨਾ ਪ੍ਰੋਜੈਕਟਸ ਦੀ? ਕਿਰਨ ਜੀ, ਆਉਣ ਵਾਲੇ ਕੁਝ ਵੀਕਸ ਦੇ ਵਿੱਚ ਵੀ ਐਕਸਪੈਕਟ ਕਿ ਡਿਵੈਲਪਮੈਂਟਸ ਹੋਣਗੀਆਂ ਐਂਡ ਖਾਸ ਕਰ ਨਵੇਂ ਸਾਲ ਦੇ ਵਿੱਚ ਵੀ ਵਿਲ ਸੀ ਲੋਟ ਆਫ ਥਿੰਗਸ ਹੈਪਨਿੰਗ। ਐਂਡ ਕੱਲਾ ਅਲਬਰਟਾ ਦੇ ਹਲੇ ਅਲਾਰਮਿੰਗ ਸਿਚੁਏਸ਼ਨ ਦਿੱਤੀ ਹੈ, ਅਲਾਰਮਿੰਗ ਸਾਈਨਸ ਦਿੱਤੇ ਹੈਗੇ ਨੇ, ਹੋ ਸਕਦਾ ਸਾਈਨਸ ਬਾਕੀ ਪ੍ਰੋਵਿੰਸਿਸ ਨੂੰ ਵੀ ਦੇਣੇ ਪੈਣ, because जिस प्रोविंस ਦੀ ਇਕਨੋਮੀ ਠੀਕ ਕੰਮ ਨਹੀਂ ਕਰੇਗੀ, they will have to come up with some hard measures। ਜੀ ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਹੋ ਚੁੱਕੇ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਨੂੰ ਜੀ ਤੋਂ ਕੁਐਸਚਨ ਸੀਗਾ। ਜੀ ਸਰ, ਕਿੱਥੋਂ ਬੋਲ ਰਹੇ ਹੋ ਤੁਸੀਂ? ਹਾਂਜੀ ਮੈਂ ਬ੍ਰੈਂਪਟਨ ਤੋਂ ਬੋਲਦਾ, ਮੈਂ ਗੁਰਜੋਤ ਜੀ। ਦੱਸੋ ਜੀ। ਹਾਂਜੀ, ਕੁਐਸਚਨ ਹੈ ਸੀਗਾ, ਲਾਸਟ ਈਅਰ PGP ਅਪਲਾਈ ਕੀਤਾ ਸੀਗਾ ਪੇਰੈਂਟਸ ਦਾ 2019 ਦੇ ਵਿੱਚ, ਤੇ ਸੈਪਟੈਂਬਰ ਲਾਸਟ ਈਅਰ ਦੇ ਵਿੱਚ ਮੈਡੀਕਲ ਬਾਇਓਮੈਟ੍ਰਿਕ ਸਾਰਾ ਕੁਝ ਹੋ ਗਿਆ ਸੀਗਾ, ਪਰ ਟਿਲ ਡੇਟ ਲਾਈਕ ਸਾਲ ਹੋ ਗਿਆ ਹੈਗਾ ਤੇ ਕੋਈ ਅਪਡੇਟ ਨਹੀਂ ਹੈਗੀ ਹੈ। ਤੇ ਜਿਹੜਾ CIC ਦੇ ਉੱਤੇ ਟਾਈਮ ਮੈਂਸ਼ਨ ਹੈਗਾ 20 ਤੋਂ 24 ਮਹੀਨੇ ਦਾ, ਉਹ ਐਕਸਟੈਂਡ ਵੀ ਹੋ ਸਕਦਾ ਜਾਂ ਉਹਨੇ ਦੇ ਉਸ ਟਾਈਮ ਦੇ ਵਿੱਚ ਉਹ ਲਾਈਕ ਦੇਣਗੇ, ਇਹਦੇ ਉੱਤੇ ਕੋਈ ਡਿਸੀਜਨ ਕਿੱਦਾਂ ਹੋਏਗਾ? ਜੀ ਸਰ, ਕੁਝ ਪੁੱਛਣਾ ਹੈ? ਆਨਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਠੀਕ ਹੈ ਜੀ, ਥੈਂਕ ਯੂ ਸੋ ਮਚ। ਜੀ ਸਰ। ਜੀ ਬਿਲਕੁਲ, ਗੁਰਜੋਤ ਨੇ ਠੀਕ ਕਿਹਾ ਜੀ, 22 ਤੋਂ 24 ਮਹੀਨੇ ਦਾ ਅੱਜ ਦਾ ਪ੍ਰੋਸੈਸਿੰਗ ਟਾਈਮ ਨਜ਼ਰ ਆ ਰਿਹਾ, ਬਟ nobody expected COVID to happen, nobody expected ਕਿ ਇਹੋ ਜਿਹੇ ਸਰਕਮਸਟੈਂਸਸ ਆਣਗੇ ਕਿ ਕਿਸੇ ਵੀ ਚੀਜ਼ ਤੇ ਕੰਮ ਨਹੀਂ ਹੋ ਪਾਏਗਾ। ਸੋ hopefully government has taken and will take further more measures ਕਿ ਉਹ files ਜਲਦੀਆਂ process ਹੋ ਸਕਣ, but 22 ਤੋਂ 20 ਤੋਂ 24 ਮਹੀਨੇ ਤੇ this is a expected time। So let's keep our fingers crossed ਕਿ ਕਿਸ ਤਰ੍ਹਾਂ things will turn in next few months, few weeks, and that will all decide ਕਿ ਕਿਸ ਤਰ੍ਹਾਂ ਐਪਲੀਕੇਸ਼ਨਸ ਪ੍ਰੋਸੈਸ ਹੋਣਗੇ। ਇੱਕ ਪਾਸੇ ਤਾਂ LMI ਨੂੰ ਲੈ ਕੇ ਅਲਬਰਟਾ ਸਰਕਾਰ ਸਖਤ ਹੋ ਗਈ ਹੈ, ਦੂਜੇ ਪਾਸੇ ਕੱਲ ਇਮੀਗ੍ਰੇਸ਼ਨ ਮਿਨਿਸਟਰ ਦਾ ਬਿਆਨ ਆਇਆ ਫ੍ਰੈਂਚ ਸਪੀਕਿੰਗ ਵਾਲਿਆਂ ਦੇ ਲਈ, ਜਿਹੜਾ ਕਿ ਐਕਸਪ੍ਰੈਸ ਐਂਟਰੀ ਨੂੰ ਲੈ ਕੇ ਕਿ ਉਹਨਾਂ ਨੂੰ ਪੁਆਇੰਟਸ ਥੋੜੇ ਐਕਸਟਰਾ ਦਿੱਤੇ ਜਾਣਗੇ, ਇਹਦੇ ਬਾਰੇ ਵੀ ਜਾਣਕਾਰੀ ਦਿਓ। ਕਰਨ, ਉਸ ਤੋਂ ਪਹਿਲਾਂ ਮੈਂ ਇੱਕ ਚੀਜ਼ ਕਹੂੰਗਾ ਕਿ ਇਸ ਵੀਕ ਦੇ ਵਿੱਚ ਵੀ ਆਰ ਐਕਸਪੈਕਟਿੰਗ ਸਮ ਮੋਰ ਅਪਡੇਟਸ ਫਰਮ ਇਮੀਗ੍ਰੇਸ਼ਨ। ਅਗਲੇ ਸਾਲ ਦਾ ਟੀਚਾ ਕੀ ਰਹੇਗਾ, ਅਗਲੇ ਤੋਂ ਅਗਲੇ ਸਾਲ ਦੇ ਟਾਰਗੇਟਸ ਕੀ ਰਹਿਣਗੇ, ਵੀ ਆਰ ਐਕਸਪੈਕਟਿੰਗ ਦੋਜ਼ ਅਪਡੇਟਸ ਇਨ ਬਾਈ ਐਂਡ ਆਫ ਫਰਾਈਡੇ। ਸੋ ਉਹ ਡਿਟਰਮਿਨ ਕਰਨਗੇ ਕਿ ਅਸੀਂ ਅਗਲੇ ਸਾਲ ਕਿਸ ਤਰ੍ਹਾਂ ਲੁਕ ਇਨਟੂ ਕਰ ਰਹੇ ਹਾਂ। ਐਜ਼ ਫਾਰ ਐਜ਼ ਆਈ ਨੋ ਐਂਡ ਐਜ਼ ਪਰ ਐਜ਼ ਦਾ ਲਾਸਟ ਇੰਟਰੈਕਸ਼ਨਸ ਵੀ ਹੈਵ ਹੈਡ ਵਿਦ ਦ ਇਮੀਗ੍ਰੇਸ਼ਨ ਮਿਨਿਸਟਰ, Canada is a country of immigrants. We cannot survive without immigrants. ਸੇ ਸਾਨੂੰ foreign workers ਦੀ ਵੀ ਲੋੜ ਹੈਗੀ ਹੈ, ਸਾਨੂੰ international students ਦੀ ਵੀ ਲੋੜ ਹੈਗੀ ਹੈ, and we need francophone speaking people as French speaking people as well. francophone ਦੇ ਉੱਤੇ ਵੀ ਫੋਕਸ ਹੈਗਾ। So coming back to the topic, ਜਿਹੜਾ ਤੁਸੀਂ ਕਿਹਾ ਕਿ ਫ੍ਰੈਂਚ ਸਪੀਕਿੰਗ ਵਾਸਤੇ, ਤਰਨ ਹਰ ਪ੍ਰੋਵਿੰਸ ਨੇ ਇੱਕ ਕੋਟਾ ਰੱਖਿਆ ਹੋਇਆ ਫ੍ਰੈਂਕੋਫੋਨਸ ਵਾਸਤੇ, ਫ੍ਰੈਂਚ ਸਪੀਕਿੰਗਸ ਵਾਸਤੇ। ਇਸੇ ਤਰ੍ਹਾਂ ਦਾ ਕੋਟਾ ਇੱਕ ਫੈਡਰਲ ਕੋਟਾ ਵੀ ਹੈਗਾ। ਸੋ ਫੈਡਰਲ ਕੋਟੇ ਦੇ ਵਿੱਚ ਬਹੁਤ ਸਾਰੇ ਫ੍ਰੈਂਕੋਫੋਨਸ
ਪੁਆਇੰਟਸ ਲੈ ਕੇ ਵੀ ਕੁਆਲੀਫਾਈ ਨਹੀਂ ਕਰ ਪਾ ਰਹੇ ਸੀਗੇ, ਜਦਕਿ ਗਵਰਨਮੈਂਟ ਦਾ ਟਾਰਗੇਟ ਹੈਗਾ ਕਿ ਫ੍ਰੈਂਕੋਫੋਨਸ ਨੂੰ ਵੀ ਟਾਰਗੇਟ ਕੀਤਾ ਹੋਇਆ ਸੀਗਾ ਉਸ ਸੈਗਮੈਂਟ ਨੂੰ ਵੀ। 2023 ਚ ਮੇਰੇ ਖਿਆਲ 4.4% ਕਹਿ ਰਹੇ ਸੀਗੇ ਕਿ ਘੱਟੋ ਘੱਟ ਇਮੀਗ੍ਰੈਂਟਸ ਨੂੰ ਇੱਥੇ ਫ੍ਰੈਂਕੋ ਜਿਹੜੇ ਹੋਣਗੇ ਫ੍ਰੈਂਚ ਸਪੀਕਿੰਗ ਉਹਨਾਂ ਨੂੰ ਬੁਲਾਇਆ ਜਾਵੇਗਾ। ਜੀ ਬਿਲਕੁਲ, ਐਬਸੋਲੂਟਲੀ ਐਸੇ ਟਾਰਗੇਟ ਨੂੰ ਮੀਟ ਕਰਨ ਵਾਸਤੇ ਪੁਆਇੰਟਸ ਥੋੜੇ ਐਡੀਸ਼ਨਲ ਐਡ ਕੀਤੇ ਗਏ ਨੇ ਫ੍ਰੈਂਚ ਸਪੀਕਿੰਗ ਵਾਸਤੇ। ਦੇ ਵਿਲ ਹੈਵ ਅ ਲਿਟਲ ਮੋਰ ਪੁਆਇੰਟਸ, ਵੀਕ ਪੁਆਇੰਟਸ ਦਾ ਫਰਕ ਪੈ ਸਕਦਾ ਹੈਗਾ। ਸੋ ਪਹਿਲੇ 30 ਹੁੰਦੇ ਸੀਗੇ, ਹੁਣ ਮੈਕਸਿਮਮ 50 ਪੁਆਇੰਟਸ ਉਹਨਾਂ ਨੂੰ ਫ੍ਰੈਂਚ ਦੇ ਮਿਲ ਸਕਦੇ ਹੈਗੇ ਨੇ ਸੈਕੰਡ ਲੈਂਗੁਏਜ ਦੇ। ਸੋ ਦਿਸ ਇਜ਼ ਦਾ ਅਪਡੇਟ। ਬਟ ਐਜ਼ ਫਾਰ ਐਜ਼ ਕੋਈ ਵੀ ਫ੍ਰੈਂਚ ਸਪੀਕਿੰਗ ਇੰਡੀਵਿਜੂਅਲ ਹੋਵੇ, ਹੀ ਹੈਜ਼ ਲੋਟ ਆਫ ਓਪਰਚੁਨਿਟੀਜ਼ ਇਨ ਪ੍ਰੋਵਿੰਸ਼ੀਅਲ ਪ੍ਰੋਗਰਾਮਸ ਐਜ਼ ਵੈਲ ਐਂਡ ਦਾ ਫੈਡਰਲ ਪ੍ਰੋਗਰਾਮਸ ਐਜ਼ ਵੈਲ। ਸਰ ਇਹਦੇ ਨਾਲ ਇਹ ਨਹੀਂ ਹੈ ਕਿ ਜਿਹੜੇ ਦੂਸਰੇ ਇਸ ਵਕਤ ਐਕਸਪ੍ਰੈਸ ਐਂਟਰੀ ਦਾ ਇਸ ਦੇ ਨਾਲ ਜਿਵੇਂ ਜਿਹੜੇ ਫ੍ਰੈਂਚ ਸਪੀਕਿੰਗ ਨੇ ਉਹਨਾਂ ਦੇ ਪੁਆਇੰਟਸ ਤਾਂ ਵਧਣਗੇ, ਐਕਸਪ੍ਰੈਸ ਐਂਟਰੀ ਦੇ ਵਿੱਚ ਜਾ ਕੇ ਮੁਕਾਬਲਾ ਹੋਰ ਵਧੇਗਾ? ਕਰਨ ਤੁਸੀਂ ਠੀਕ ਕਹਿ ਰਹੇ ਹੋ ਜੀ, ਬਟ ਤੁਸੀਂ ਦੇਖੋ ਕਿ ਮੇਜਰ ਸੋਰਸ ਕੰਟਰੀਜ਼ ਕਿਹੜੇ ਹੈਗੇ ਨੇ ਅੱਜ ਦੀ ਤਰੀਕ ਦੇ ਵਿੱਚ। ਅਸੀਂ ਇੰਡੀਆ, ਚਾਈਨਾ these and Philippines, these are the major source. Fourth is Nigeria now has also emerged as a source country. So basically French speaking तो किसी भी खास source country तो नहीं आ रहे ना। India is French speaking, ना China is French speaking, ना Philippines is French speaking. So French speaking ਨੂੰ ਐਸੇ ਵਾਸਤੇ ਟਾਰਗੇਟ ਕੀਤਾ ਜਾ ਰਿਹਾ ਹੈ PNPs ਵਾਸਤੇ ਵੀ ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ, ਫੈਡਰਲ ਵਿੱਚ ਵੀ, ਤਾਂ ਕਿ ਮੈਕਸਿਮਮ ਉਹ ਟਾਰਗੇਟ ਵਾਲਾ ਵੀ 4.5 ਵਾਲਾ ਟਾਰਗੇਟ ਵੀ ਅਚੀਵ ਕੀਤਾ ਜਾ ਸਕੇ। ਜੀ ਇੱਕ ਦਰਸ਼ਕ ਸਾਡੇ ਨਾਲ ਹੋ ਚੁੱਕੇ ਨੇ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਐਡਮਿੰਟਨ ਤੋਂ ਬੋਲ ਰਿਹਾ, ਸੁਖਦੇਵ ਸਿੰਘ ਜੀ। ਸਰ ਦੱਸੋ ਕੀ ਸਵਾਲ ਹੈ? ਮੈਂ ਪੁੱਛਦਾ ਜੀ ਜਿਹੜੇ ਸਪਾਊਸ ਕੇਸ ਹੈ ਜੀ, ਉਹਨਾਂ ਦੀ ਕਿਤੇ ਬੜੇ ਸਲੋ ਹੈ ਤੇ ਜਿਵੇਂ ਕਿੱਥੇ ਚੱਲ ਰਿਹਾ ਉਸ ਬਾਰੇ ਜਾਣਕਾਰੀ ਮੈਂ ਜੀ ਦੇ ਸਕਦੇ ਨੇ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਸੁਖਦੇਵ ਜੀ, ਅਸੀਂ ਹੁਣੇ ਇਸ ਟੌਪਿਕ ਨੂੰ ਟੱਚ ਵੀ ਕੀਤਾ ਹੈਗਾ ਬਿਕੋਜ਼ ਹਾਲੇ ਕੋਈ ਕਾਲਰ ਨੇ ਸਾਨੂੰ ਪੁੱਛਿਆ ਸੀਗਾ। ਸੋ ਪਿਛਲੇ ਕੁਝ ਮਹੀਨੇ ਤਾਂ ਬਿਲਕੁਲ ਕੰਮ ਨਹੀਂ ਹੋਇਆ ਜੀ ਕਿਸੇ ਵੀ ਫਾਈਲ ਦੇ ਉੱਤੇ। ਐਂਡ ਰੀਸੈਂਟਲੀ ਦੇਰ ਆਰ ਅਪਡੇਟਸ ਫਰੋਮ ਇਮੀਗ੍ਰੇਸ਼ਨ ਕੈਨੇਡਾ ਕਿ we have added extra staff to process and expedite spousal application. So expected ਹੈਗਾ ਜੀ ਕਿ ਅਕਤੂਬਰ, ਨਵੰਬਰ, ਦਸੰਬਰ ਦੇ ਵਿੱਚ files will start moving out fast. ਐਂਡ ਅੱਜ ਦੀ ਤਰੀਕ ਦੇ ਵਿੱਚ ਮਾਰਚ, ਅਪ੍ਰੈਲ ਦੀ ਫਾਈਲਸ ਨੂੰ ਲੁੱਕ ਇਨਟੂ ਕੀਤਾ ਜਾ ਰਿਹਾ ਹੈਗਾ। ਸੋ ਜੇ ਉਸ ਤੋਂ ਬਾਅਦ ਦਾ ਫਾਈਲ ਲੱਗੀ ਹੋਈ ਹੈ, ਜਿਹੜਾ ਐਕਚੁਅਲ ਪ੍ਰੋਸੈਸਿੰਗ ਟਾਈਮ ਸੀਗਾ ਉਹ ਵੀ 12 ਮਹੀਨਿਆਂ ਦਾ ਸੀਗਾ। ਸੋ ਜਸਟ ਬੀ ਪੇਸ਼ੈਂਟ ਐਂਡ ਲੈਟਸ ਵੇਟ। ਸਰ ਅਸੀਂ ਕਰ ਰਹੇ ਸੀ ਫ੍ਰੈਂਚ ਭਾਸ਼ਾ ਦੀ ਗੱਲ ਕਰ ਰਹੇ ਸੀ, ਇਹ ਵੀ ਨਾਲ ਲਿਖਿਆ ਹੋਇਆ ਕੱਲ ਬਿਆਨ ਜੋ ਆਇਆ ਸੀ ਕਿ ਜਿਹੜੇ ਬਾਇਲਿੰਗੁਅਲ ਨੇ, ਜਿਨ੍ਹਾਂ ਨੂੰ ਇੰਗਲਿਸ਼ ਪਲੱਸ ਫ੍ਰੈਂਚ ਦੋਵਾਂ ਦਾ ਹੀ ਗਿਆਨ ਹੈ, ਉਹਨਾਂ ਨੂੰ ਥੋੜੇ ਐਕਸਟਰਾ ਐਡੀਸ਼ਨਲ ਜਿਹੜੇ ਪੁਆਇੰਟਸ ਦਿੱਤੇ ਜਾਣਗੇ। ਜਿਵੇਂ ਹੁਣ ਅਸੀਂ ਗੱਲ ਕਰ ਰਹੇ ਹਾਂ ਕੁਝ ਕੰਟਰੀਜ਼ ਜਿਵੇਂ ਇੰਡੀਆ ਜਾਂ ਚਾਈਨਾ ਹੋ ਗਿਆ, ਜੇ ਇੱਥੋਂ ਦੇ ਜਿਹੜੇ ਸਟੂਡੈਂਟਸ ਨੇ ਨਾਲ ਇੱਕ ਫ੍ਰੈਂਚ ਭਾਸ਼ਾ ਦਾ ਕੋਰਸ ਕਰ ਲੈਂਦੇ ਨੇ, ਕਿ ਉਹਨਾਂ ਲਈ ਜ਼ਿਆਦਾ ਬੈਨੀਫੀਸ਼ੀਅਲ ਨਹੀਂ ਹੋਏਗਾ? ਬਿਲਕੁਲ ਹੋਏਗਾ ਜੀ ਤਰਨ, ਬਟ ਉਹਨਾਂ ਦੇ ਵਿੱਚ ਟੈਫ ਜਿਹੜਾ ਉਹਨਾਂ ਦਾ ਫ੍ਰੈਂਚ ਦਾ ਐਗਜ਼ਾਮ ਹੈਗਾ ਉਹਨਾਂ ਨੂੰ ਅਪੀਅਰ ਕਰਨਾ ਪਏਗਾ ਐਂਡ ਉਹਦੇ ਪੁਆਇੰਟਸ ਮਿਲਣਗੇ। ਪਹਿਲੇ ਕੀ ਹੁੰਦਾ ਸੀਗਾ ਕਿ ਪੁਆਇੰਟ ਸਿਸਟਮ ਤੋਂ ਪਹਿਲਾਂ ਜਾਂ ਐਕਸਪ੍ਰੈਸ ਐਂਟਰੀ ਤੋਂ ਪਹਿਲਾਂ ਕਿ ਜੇ ਤੁਹਾਡੇ ਕੋਲ ਫ੍ਰੈਂਚ ਸਪੀਕਿੰਗ ਦੀ ਨੌਲੇਜ ਵੀ ਹੈਗੀ ਹੈ, ਤੁਸੀਂ ਕਿਊਬੈਕ ਦੇ ਵਿੱਚ ਵੀ ਤੇ ਫੈਡਰਲ ਦੇ ਵਿੱਚ ਵੀ ਫਾਈਲ ਲਗਾ ਸਕਦੇ ਹੋ ਜਸਟ ਬੇਸਿਕ ਕੋਰਸ ਦੇ ਨਾਲ। ਬਟ ਹੁਣ ਐਗਜ਼ਾਮ ਜਿਸ ਤਰ੍ਹਾਂ ਆਈਲੈਟ ਦੇ ਸਕੋਰਸ ਮੈਟਰ ਕਰਦੇ ਆ, ਉਸੇ ਤਰ੍ਹਾਂ ਟੈਫ ਦੇ ਸਕੋਰਸ ਮੈਟਰ ਕਰਦੇ ਆ। ਸੋ ਕਿੰਨੇ ਸਕੋਰਸ ਤੁਹਾਡੇ ਆਏ ਹੈਗੇ ਨੇ ਉਹਦੇ ਬੇਸਿਸ ਦੇ ਉੱਤੇ ਤੁਹਾਨੂੰ ਪੁਆਇੰਟਸ ਮਿਲਣਗੇ ਜੀ। ਬਿਲਕੁਲ। ਤੇ ਇਸ ਤੋਂ ਅਗਲਾ ਟੌਪਿਕ ਸਰ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਖਾਸ ਕਰਕੇ ਹੈ, ਕਿਹਾ ਜਾ ਰਿਹਾ ਸੀ ਕਿ ਕਾਲਜਸ ਜਿਹੜੇ ਨੇ ਆਪਣਾ ਪਲਾਨ ਜਿਹੜਾ ਹੈ ਉਹ ਸਰਕਾਰ ਨੂੰ ਸੌਂਪਣਗੇ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਉਹਨਾਂ ਪਲਾਨਸ ਦੇ ਉੱਤੇ ਸਰਕਾਰ ਰਜ਼ਾਮੰਦੀ ਦੇਗੀ। ਇੱਕ ਇੱਕ ਕਰਕੇ ਹੁਣ ਜਿਹੜੀਆਂ ਲਿਸਟ ਆਉਣੀਆਂ ਸ਼ੁਰੂ ਹੋਈਆਂ ਨੇ, ਇਹਦੇ ਵਿੱਚ ਓਨਟਾਰੀਓ ਅਸੀਂ ਜਾਣਦੇ ਹਾਂ ਕਿ ਸਭ ਤੋਂ ਵੱਧ ਇਸ ਵਕਤ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਇਸ ਵਕਤ ਪੜ੍ਹ ਰਹੇ ਨੇ। ਓਨਟਾਰੀਓ ਦੇ ਵਿੱਚ ਸਿਰਫ 14 ਇਹੋ ਜਿਹੇ ਇੰਸਟੀਚਿਊਟਸ ਨੇ ਜਿਨ੍ਹਾਂ ਨੂੰ ਅਜੇ ਤੱਕ ਮਨਜ਼ੂਰੀ ਮਿਲੀ ਹੈ। ਕੀ ਕਹੋਗੇ ਇਹਦੇ ਬਾਰੇ? ਸਰਨ ਬਿਲਕੁਲ, ਬੇਸਿਕਲੀ ਇਹਨਾਂ ਨੇ ਰੈਡੀਨੈਸ ਪਲਾਨ ਦੇਣਾ ਸੀਗਾ ਸਾਰੇ ਕਾਲਜਸ ਨੇ ਗਵਰਨਮੈਂਟ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਨੂੰ। ਸੋ ਉਸ ਰੈਡੀਨੈਸ ਪਲਾਨ ਦੇ ਉੱਤੇ ਕਿ ਤੁਹਾਡਾ ਤੁਸੀਂ ਕਿਸ ਤਰ੍ਹਾਂ ਡੀਲ ਕਰੋਗੇ ਸਟੂਡੈਂਟਸ ਨੂੰ, ਤੁਹਾਡੇ ਕੋਲ ਸਪੇਸ ਕਿਸ ਤਰ੍ਹਾਂ ਤੁਸੀਂ ਯੂਜ਼ ਕਰੋਗੇ, ਯੂਟਿਲਾਈਜ਼ ਕਰੋਗੇ, ਨਾਲ ਦੀ ਨਾਲ ਸੇਫਟੀ ਦਾ ਬੇਸ ਸਭ ਤੋਂ ਵੱਡਾ ਕੰਸਰਨ ਸੀਗਾ। ਬਟ ਹਾਲੇ ਤੱਕ ਜੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਹਾਲੇ ਤੱਕ ਲੱਗ ਰਿਹਾ ਕਿ ਸਿਰਫ 14 ਕਾਲਜਸ ਨੇ ਜਾਂ 14 ਯੂਨੀਵਰਸਿਟੀਜ਼ ਨੇ ਉਹ ਇਨਫੋਰਮੇਸ਼ਨ ਗਵਰਨਮੈਂਟ ਨੂੰ ਭੇਜੀ ਹੈ, ਜਿਹਦੇ ਬੇਸਿਸ ਦੇ ਉੱਤੇ ਸਿਰਫ ਨੰਬਰ ਹਲੇ 14 ਹੈਗਾ। ਈਵਨ ਅਸੀਂ ਗੱਲ ਕਰੀਏ ਹੰਬਰ ਤੇ ਸ਼ੈਰੀਡਨ ਵੀ ਉਸ ਲਿਸਟ ਦੇ ਵਿੱਚ ਹਲੇ ਨਜ਼ਰ ਨਹੀਂ ਆ ਰਹੇ। ਸੈਂਟੇਨੀਅਲ, ਸੈਨਿਕਾ ਐਂਡ ਦੁਰਮ ਕਾਲਜਸ GTA ਦੇ ਵਿੱਚ ਨਜ਼ਰ ਆ ਰਹੇ ਨੇ। ਯੂਨੀਵਰਸਿਟੀ ਆਫ ਟੋਰਾਂਟੋ ਨਜ਼ਰ ਆ ਰਹੀ ਹੈ ਉਸ ਲਿਸਟ ਦੇ ਵਿੱਚ, ਯਾਰਕ ਯੂਨੀਵਰਸਿਟੀ ਨਜ਼ਰ ਆ ਰਹੀ ਹੈ, ਬ੍ਰੌਕ ਯੂਨੀਵਰਸਿਟੀ। ਹਲੇ ਕਾਫੀ ਸਾਰੀਆਂ ਅਪਡੇਟਸ ਬਾਕੀ ਹੈਗੀਆਂ, ਬਟ ਇਹ ਜਿਹੜੀ ਲਿਸਟ ਸੀਗੀ 20 ਅਕਤੂਬਰ ਤੱਕ ਦੀ ਲਿਸਟ ਸੀਗੀ ਜੀ। 20 ਤੋਂ ਲੈ ਕੇ ਅੱਜ 28 ਹੋ ਗਈ ਹੈ। ਸੋ 8 ਦਿਨਾਂ ਦੀ ਹੋਰ ਅਪਡੇਟਸ ਕੀ ਹੈਗੀਆਂ ਜਾਂ ਹੋਰ ਹਲੇ ਅਪਡੇਟਸ ਜਿਹੜੇ
ਕਾਲਜ ਨੇ ਆਪਣਾ ਪਲਾਨ ਦੇ ਦਿੱਤਾ ਬਟ ਹਲੇ ਲਿਸਟ ਦੇ ਵਿੱਚ ਨਹੀਂ ਆਏ ਪ੍ਰੋਬਬਲੀ ਨੈਕਸਟ ਲਿਸਟ ਜਿਹੜੀ ਆਏਗੀ ਨੈਕਸਟ ਵੀਕ ਆਏਗੀ ਵੀ ਵਿਲ ਹੈਵ ਮੋਰ ਕਾਲਜਸ ਇਨ ਦੈਟ ਇਸੇ ਤਰ੍ਹਾਂ ਮੇਰੇ ਖਿਆਲ ਕਿਊਬੈਕ ਦੇ ਕਾਫੀ ਸਾਰੇ ਕਾਲਜਸ ਹੈਗੇ ਨੇ ਜੀ 428 ਦੇ ਅਰਾਊਂਡ 400 ਪਲੱਸ ਕਾਲਜਸ ਹੈਗੇ ਨੇ ਐਂਡ ਇਸੇ ਤਰ੍ਹਾਂ ਮੈਨੀਟੋਬਾ ਦੇ ਮੇਰੇ ਖਿਆਲ 10 ਕਾਲਜਸ ਹੈਗੇ ਨੇ ਇਸ ਟਾਈਮ ਜਿਹੜੇ ਉਸ ਲਿਸਟ ਦੇ ਵਿੱਚ ਨਜ਼ਰ ਆ ਰਹੇ ਨੇ BC ਦੇ ਵਿੱਚ ਮੇਰੇ ਖਿਆਲ 39 ਕਾਲਜਸ ਨਜ਼ਰ ਆ ਰਹੇ ਸੋ ਬੇਸਿਕਲੀ ਪਲਾਨ ਦੇ ਉੱਤੇ ਹੈਗਾ ਜੀ ਜਿਸ ਤਰ੍ਹਾਂ ਡਿਲੇ ਜੇ ਕੋਈ ਕਾਲਜ ਕਰੇਗਾ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਤੇ ਉਹਨਾਂ ਦਾ ਨਾਮ ਵੀ ਉਹਨਾਂ ਬਾਅਦ ਚ ਨਜ਼ਰ ਆਏਗਾ ਲਿਸਟ ਸਰ ਜਿਨ੍ਹਾਂ ਨੇ ਹੁਣ ਸਰਕਾਰ ਦੀ ਜਿਵੇਂ ਤੁਸੀਂ ਕਿਹਾ ਕਿ ਅਪਡੇਸ਼ਨ ਦੀ ਵੇਟ ਕਰ ਰਹੇ ਸੀਗੇ ਆਲਰੇਡੀ ਸਰਕਾਰ ਨੇ ਕਿਹਾ ਸੀਗਾ ਕਿ ਜਿਨ੍ਹਾਂ ਨੇ ਹਾਫ ਸਟੱਡੀ ਜਿਹੜੀ ਹੈ ਕੰਪਲੀਟ ਕਰ ਲਈ ਆ ਉਹਨਾਂ ਨੂੰ ਤਾਂ ਵੀ ਵਰਕ ਪਰਮਿਟ ਦਿੱਤਾ ਜਾਏਗਾ ਜੇ ਆਨਲਾਈਨ ਤੁਸੀਂ ਕਰਦੇ ਹੋ ਦਸੰਬਰ ਦੇ ਵਿੱਚ ਕਈਆਂ ਦੀ ਜਿਹੜੀਆਂ ਸਟੱਡੀਜ਼ ਹੁਣ ਹਾਫ ਕੰਪਲੀਟ ਹੋਣ ਵਾਲੀ ਆ ਅਜਿਹੇ ਵਿੱਚ ਸਰਕਾਰ ਦਾ ਅਜੇ ਤੱਕ ਇਸ ਤੋਂ ਬਾਅਦ ਅੱਗੇ ਕੋਈ ਰਿਐਕਸ਼ਨ ਕੋਈ ਅਪਡੇਸ਼ਨ ਨਹੀਂ ਆਈ ਹੈਗੀ ਤਰਨ ਇਸ ਵੀਕ ਦੇ ਵਿੱਚ ਵੀ ਵਿਲ ਹੈਵ ਮੋਰ ਇਨਫੋਰਮੇਸ਼ਨ ਵੀ ਆਰ ਐਕਸਪੈਕਟਿੰਗ ਸਭ ਤੋਂ ਪਹਿਲਾਂ ਤਾਂ ਟਾਰਗੇਟਸ ਦੇ ਉੱਤੇ ਇਸ ਵੀਕ ਦੇ ਵਿੱਚ ਅਪਡੇਟਸ ਆਣਗੀਆਂ ਕਿ ਨੈਕਸਟ ਈਅਰਸ ਦੇ ਟਾਰਗੇਟ ਕੀ ਹੈਗੇ ਨੇ ਕਿਸ ਸੈਗਮੈਂਟ ਨੂੰ ਫੋਕਸ ਕੀਤਾ ਜਾਏਗਾ ਕਿੰਨੇ ਇਮੀਗ੍ਰੈਂਟਸ ਨੂੰ ਟਾਰਗੇਟ ਕੀਤਾ ਜਾਏਗਾ ਆਰ ਵੀ ਲੁਕਿੰਗ ਐਟ ਦ ਸੇਮ 350,000 ਇਮੀਗ੍ਰੈਂਟਸ ਪਰ ਈਅਰ ਜਾਂ ਟਾਰਗੇਟ ਵਧਣ ਜਾ ਰਿਹਾ ਹੈਗਾ ਸੋ ਇਸ ਦੇ ਉੱਤੇ ਅਪਡੇਟਸ ਆਉਣ ਵਾਲੀਆਂ ਹੈਗੀਆਂ ਇਹਦੇ ਨਾਲ ਈਵਨ ਸਟੂਡੈਂਟਸ ਵਾਸਤੇ ਜਿਹੜੀਆਂ ਅਪਡੇਟਸ ਹੈਗੀਆਂ ਜਿਸ ਤਰ੍ਹਾਂ ਕਿਹੜੇ ਸਟੂਡੈਂਟਸ ਵੁੱਡ ਇਟ ਬੀ ਅ ਫੁੱਲ ਕੋਰਸ ਜਿਹੜੇ ਬਾਹਰ ਬੈਠੇ ਕਰ ਸਕਣਗੇ ਤਾਂ ਵੀ ਐਲੀਜੀਬਲ ਰਹਿਣਗੇ ਇਹ ਅਪਡੇਟਸ ਵੀ ਆਰ ਹੋਪਿੰਗ ਟੂ ਹੈਵ ਇਨ ਨੈਕਸਟ ਫਿਊ ਡੇਜ਼ ਸੋ ਬਿਫੋਰ ਦ ਐਂਡ ਆਫ ਨਵੰਬਰ ਵੀ ਵਿਲ ਹੈਵ ਆਲ ਕੰਪਲੀਟ ਅਪਡੇਟਸ ਔਨ ਦਿਸ ਐਸ ਵੈਲ ਜਿਹੜੇ ਇਸ ਵਕਤ ਸਰ ਜਿਨ੍ਹਾਂ ਨੇ ਅੱਗੇ ਦਸੰਬਰ ਤੋਂ ਬਾਅਦ ਜਨ ਬੈਚ ਵਗੈਰਾ ਲਈ ਅਪਲਾਈ ਕਰਨਾ ਹੈ ਤੁਸੀਂ ਕੀ ਸਲਾਹ ਦੋਗੇ ਜੀ ਉਹਨਾਂ ਨੂੰ ਕਰਨਾ ਚਾਹੀਦਾ ਆਪਣਾ ਕੋਰਸ ਡੈਫਰ ਕਰ ਦੇਣਾ ਚਾਹੀਦਾ ਜਾਂ ਫਿਰ ਆਪਣੀ ਸਟੱਡੀ ਸ਼ੁਰੂਆਤ ਕਰ ਦੇਣੀ ਚਾਹੀਦੀ ਹੈ ਨਹੀਂ ਬਿਲਕੁਲ ਸਟੱਡੀ ਜਿਸ ਤਰ੍ਹਾਂ ਕਰਦੇ ਪਏ ਉਸੇ ਤਰ੍ਹਾਂ ਕਰੀ ਜਾਓ ਜੇ ਕਾਲਜ ਤੁਹਾਡਾ ਯੂਨੀਵਰਸਿਟੀ ਕਹਿ ਰਿਹਾ ਕਿ ਯੂ ਸ਼ੁੱਡ ਬੀ ਕੰਟੀਨਿਊਇੰਗ ਦੈਟ ਕੀਪ ਔਨ ਡੂਇੰਗ ਦੈਟ ਐਂਡ ਡੈਫਰ ਹਲੇ ਮੈਂ ਰਿਕਮੈਂਡ ਨਹੀਂ ਕਰੂੰਗਾ ਬਿਕੋਜ਼ ਵੀ ਡੋਂਟ ਨੋ ਕਿ ਇਹ ਕਦੋਂ ਤੱਕ ਇਸ ਤਰ੍ਹਾਂ ਦਾ ਮਾਹੌਲ ਬਣਿਆ ਰਹੇਗਾ ਐਂਡ this just came out of the blue ਕਿਸੇ ਨੇ ਐਕਸਪੈਕਟ ਵੀ ਨਹੀਂ ਕੀਤਾ ਸੀਗਾ ਕਿ ਇਹੋ ਜਿਹੀ ਸਿਚੁਏਸ਼ਨ ਆ ਜਾਏਗੀ ਕਿ ਸਾਨੂੰ 6 ਮਹੀਨੇ ਜਾਂ ਸਾਲ ਜਾਂ 8 ਮਹੀਨੇ ਪੂਰੀ ਦੁਨੀਆ ਹੀ ਸਟੈਂਡ ਸਟਿਲ ਹੋ ਜਾਏਗੀ ਸੋ ਗੋ ਵਿਦ ਦ ਫਲੋ ਸਰ ਕਾਲਜਸ ਨੇ ਤਾਂ ਆਪਣਾ ਪਲਾਨ ਦੇ ਦਿੱਤਾ ਆ ਬਟ ਸਟੂਡੈਂਟਸ ਨੂੰ ਵੀ ਇੱਥੇ ਆਉਣ ਲਈ ਆਪਣਾ ਪਲਾਨ ਜਿਹੜਾ ਜੇਕਰ ਰਜ਼ਾਮੰਦੀ ਮਿਲਦੀ ਹੈ ਇੱਥੇ ਆਉਣ ਲਈ ਆਪਣਾ ਪਲਾਨ ਵਗੈਰਾ ਸਾਰਾ ਕੁਝ ਦੇ ਕੇ ਆਉਣਾ ਪਏਗਾ ਹਾਂਜੀ ਤਰਨ ਬਿਕੋਜ਼ 14 ਦਿਨ ਦਾ ਕੁਆਰੰਟਾਈਨ ਤਾਂ ਅੱਜ ਦੀ ਤਰੀਕ ਦੇ ਵਿੱਚ ਹਰ ਟਰੈਵਲਰ ਵਾਸਤੇ ਮੈਂਡੇਟਰੀ ਹੈਗਾ ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੱਥੇ ਆ ਕੇ ਕੁਆਰੰਟਾਈਨ ਕਰਨਾ ਆਪਣੇ ਆਪ ਨੂੰ ਐਂਡ ਉਹ ਸਾਰਾ ਅਰੇਂਜਮੈਂਟ ਤੁਹਾਨੂੰ ਕਰਕੇ ਹੀ ਆਉਣਾ ਚਾਹੀਦਾ ਹੈਗਾ ਜਿੰਨੇ ਵੀ ਸਟੂਡੈਂਟਸ ਜਾਂ ਜਿੰਨੇ ਵੀ ਰਿਲੇਟਿਵਸ ਆ ਰਹੇ ਨੇ ਸਰ ਆਲਰੇਡੀ ਜਿਵੇਂ ਜੌਬ ਦੀ ਗੱਲ ਕਰੀਏ ਸਟੂਡੈਂਟਸ ਨੂੰ ਕੀ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 20 ਆਵਰਸ ਜੌਬ ਕਰਨ ਲਈ ਦਿੱਤਾ ਜਾ ਰਿਹਾ ਸੀ ਟਾਈਮ ਉਹਦੇ ਵਿੱਚ ਕੋਈ ਕਟੌਤੀ ਜਾਂ ਕੋਈ ਵਾਧਾ ਹੋ ਸਕਦਾ ਕਿਉਂਕਿ ਇੱਥੋਂ ਦੀ ਜਿਹੜੇ ਲੋਕਲ ਲੋਕ ਨੇ ਉਹਨਾਂ ਦੀ ਆਲਰੇਡੀ ਜੌਬਸ ਜਿਹੜੀਆਂ ਨੇ ਇਸ ਵਕਤ ਜਾ ਚੁੱਕੀਆਂ ਨੇ Karan, this is a very, very intelligent question. And hopefully we will not seek a reduction of hours. Alberta has made a blanket decision for next little while. बाकी provinces भी affect होंगे, yes होंगे जी. But किन्ने के affect होंगे, only time will tell. And you are right ਕਿ provinces ਚਾਹਣਗੇ ਕਿ ਉਹ locals ਨੂੰ ਜ਼ਿਆਦਾ jobs ਮਿਲਣ but students ਨੂੰ ਵੀ ਤਾਂ ਅਸੀਂ ਲੈ ਕੇ ਆ ਰਹੇ ਹਾਂ it is a federal government decision ਕਿ international students Canada ਆ ਕੇ ਪੜਨ they want ਕਿ ਕੋਈ ਵੀ international student ਤੁਸੀਂ ਦੇਖੋ ਕਿ ਕਿੰਨਾ influx of money ਲੈ ਕੇ ਆਂਦਾ ਹੈਗਾ the kind of economy boost we get ਕਿੰਨੇ billion of dollar ਦੀ ਇੰਡਸਟਰੀ ਹੈਗੀ ਹੈ so ਇੰਨੇ ਬਿਲੀਅਨ ਡਾਲਰ ਦੀ ਇੰਡਸਟਰੀ ਦੇ ਵਿੱਚ ਤੁਸੀਂ ਇੱਕਦਮ ਇੰਨਾ ਚੇਂਜ ਨਹੀਂ ਲੈ ਕੇ ਆ ਸਕਦੇ ਡਰਾਸਟਿਕ ਚੇਂਜ 20 ਘੰਟਿਆਂ ਤੋਂ ਆਵਰਸ ਕੱਟਣਗੇ ਨਹੀਂ ਆਈ ਥਿੰਕ ਇਟ ਵਿਲ ਰਿਮੇਨ ਦ ਸੇਮ LMIS ਦੇ ਉੱਤੇ ਚੇਂਜ ਮਾਈਟ ਕਮ ਅਪ ਬਿਕੋਜ਼ ਵੀ ਹੈਵ ਸੀਨ ਕਿ ਅੱਜ ਦੀ ਤਰੀਕ ਦੇ ਵਿੱਚ ਕੀ ਹੋ ਰਿਹਾ ਸੀਗਾ ਤਰਨ ਤੁਸੀਂ ਜੇ ਅਸੀਂ LMIS ਕਰ ਰਹੇ ਸੀਗੇ ਤੇ ਲੋਕਲ EMPLOYE ਜਿਹੜੇ ਉਹਨਾਂ ਦੇ ਕੋਲ ਕੰਮ ਕਰ ਰਹੇ ਸੀ ਉਸ ਬਿਜ਼ਨੈਸਸ ਦੇ ਉੱਤੇ ਦੇ ਆਰ ਨਾਟ ਰੈਡੀ ਟੂ ਕਮ ਬੈਕ ਟੂ ਵਰਕ ਬਹੁਤ ਸਾਰੇ ਅਸੀਂ ਇਹੋ ਜਿਹੇ ਇੰਸਟੈਂਸਸ ਦੇਖੇ ਨੇ ਜਿੱਥੇ ਉਹ ਕਹਿ ਰਿਹਾ ਕਿ ਆਪਣੇ EMPLOYES ਨੂੰ ਕਮ ਬੈਕ ਟੂ ਵਰਕ ਉਹ ਗਵਰਨਮੈਂਟ ਤੇ ਉਹ $500 ਜਿਹੜਾ ਹਫਤੇ ਦਾ ਮਿਲ ਰਿਹਾ ਦੇ ਆਰ ਹੈਪੀ ਵਿਦ ਵਾਟ ਦੇ ਆਰ ਗੈਟਿੰਗ ਸੋ ਦੇ ਡੋਂਟ ਵਾਂਟ ਟੂ ਗੈਟ ਬੈਕ ਟੂ ਉਸ ਆਪਣੀ ਸੇਫਟੀ ਨੂੰ ਕੰਸਰਨ ਲੈ ਕੇ ਸ਼ੋ ਕਰ ਰਹੇ ਨੇ ਕਿ ਵੀ ਆਰ ਸੇਫ ਸਿਟਿੰਗ ਐਟ ਹੋਮ ਬਟ ਐਕਚੁਅਲੀ ਬਿਜ਼ਨਸਮੈਨ ਇਜ਼ ਦਾ ਵਨ ਦਾ ਬਿਜ਼ਨਸ ਹਾਊਸ ਇਜ਼ ਦਾ ਵਨ ਜਿਹੜਾ ਐਕਚੁਅਲ ਇਫੈਕਟ ਹੋ ਰਿਹਾ EMPLOYES ਤਾਂ ਘਰ ਬੈਠੇ ਨੇ ਬਿਜ਼ਨਸਮੈਨ ਤਾਂ ਜੇ ਉਹਦੇ ਕੋਲ 5 ਲੋਕੇਸ਼ਨਸ ਹੈਗੀਆਂ ਜਾਂ 2 ਲੋਕੇਸ਼ਨਸ ਹੈ ਈਵਨ ਇੱਕ ਲੋਕੇਸ਼ਨ ਹੈਗੀ ਇੱਕ ਰੈਸਟੋਰੈਂਟ ਵੀ ਹੋਵੇ ਉਹ ਕਿੱਥੇ ਕੰਮ ਕਰ ਰਹੇਗਾ ਕੁਕਿੰਗ ਵੀ ਆਪ ਕਰੇਗਾ ਕਸਟਮਰਸ ਨੂੰ ਸਰਵ ਵੀ ਆਪ ਕਰੇਗਾ ਡਿਸ਼ ਵਾਸ਼ਿੰਗ ਵੀ ਆਪ ਕਰੇਗਾ ਟੇਕ ਆਊਟਸ ਨੂੰ ਵੀ ਆਪ ਹੈਂਡਲ ਕਰੇਗਾ ਕੀ ਚੀਜ਼ ਕਰ ਸਕਦਾ ਹੈਗਾ ਸੋ ਕੋਈ ਵੀ ਬਿਜ਼ਨਸ EMPLOYES ਦੇ ਬਿਨਾਂ ਰਨ ਨਹੀਂ ਹੋ ਸਕਦਾ ਜਿਸ ਤਰ੍ਹਾਂ ਅਸੀਂ ਕਹਿੰਦੇ ਨਾ ਚੰਗਾ EMPLOYER ਨਹੀਂ ਮਿਲਦਾ ਚੰਗੇ EMPLOYES ਵੀ ਨਹੀਂ ਮਿਲਦੇ ਸਰ ਜਿਵੇਂ ਤੁਸੀਂ ਸਟੂਡੈਂਟਸ ਦੀ ਆਪਾਂ ਗੱਲ ਕਰ ਰਹੇ ਹਾਂ ਮੈਂ ਕੱਲ ਇੱਕ ਨਿਊਜ਼ ਪੜ੍ਹ ਰਹੀ ਸੀ ਜਿਹਦੇ ਵਿੱਚ ਸੀਗਾ ਕਿ ਜਿਵੇਂ ਮਿਸਟਰ ਟਰੰਪ ਨੇ ਬੈਨ ਲਗਾਇਆ ਇਮੀਗ੍ਰੇਸ਼ਨ ਬੈਨ ਤਾਂ ਉੱਥੋਂ ਦੇ ਜਿਹੜੇ ਇਮੀਗ੍ਰੇਸ਼ਨ ਦੇ ਕਰਕੇ ਜੋ ਆਮਦਨ ਹੁੰਦੀ ਸੀ ਘੱਟੋ ਘੱਟ $100 ਮਿਲੀਅਨ ਦਾ ਉਹਨਾਂ ਨੂੰ ਨੁਕਸਾਨ ਹੋਇਆ
ਇੱਥੋਂ ਦੀ ਗੱਲ ਕਰੀਏ, ਇੱਥੋਂ ਦੀਆਂ ਯੂਨੀਵਰਸਿਟੀਆਂ ਨੂੰ ਵੀ ਇਸ ਵਕਤ ਇੰਟਰਨੈਸ਼ਨਲ ਸਟੂਡੈਂਟਸ ਨਾ ਆਉਣ ਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਜਿਸ ਤਰੀਕੇ ਨਾਲ ਅਜੇ ਆਉਣ ਦੀ ਇਜਾਜ਼ਤ ਨਹੀਂ ਮਿਲ ਰਹੀ, ਸਟੂਡੈਂਟਸ ਦਾ ਰੁਝਾਨ ਘਟ ਰਿਹਾ ਵਾ ਇੱਧਰਲੀ ਸਾਈਡ ਆਉਣ ਦੇ ਵਿੱਚ, ਕਿ ਜਦ ਤੱਕ ਸਾਨੂੰ ਉੱਥੇ ਜਾ ਕੇ ਪੜ੍ਹਨ ਦੀ ਇਜਾਜ਼ਤ ਨਹੀਂ ਮਿਲ ਰਹੀ ਅਸੀਂ ਐਡਮਿਸ਼ਨਸ ਕਿਉਂ ਲਈਏ। ਅਜੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਖਾਸ ਤੌਰ ਤੇ ਪ੍ਰਾਈਵੇਟ ਕਾਲਜਸ ਨੇ ਜਾਂ ਛੋਟੇ ਕਾਲਜਸ ਨੇ ਉਹਨਾਂ ਦਾ ਵੀ ਬੰਦ ਹੋਣ ਦਾ ਖਦਸ਼ਾ ਨਜ਼ਰ ਆਏਗਾ? Taran, you are right, because ਹਰ ਬਿਜ਼ਨਸ ਪ੍ਰੋਫਿਟ ਓਰੀਐਂਟਡ ਹੁੰਦੇ ਨੇ, ਐਂਡ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਐਂਡ ਆਫ ਦਾ ਈਅਰ ਮੈਟਰ ਕਰਦੀ ਹੈਗੀ, ਐਂਡ ਜਿੰਨਾ ਵੱਡਾ ਬਿਜ਼ਨਸ ਹੋਏਗਾ ਉਨੀ ਪ੍ਰੋਫਿਟ ਐਂਡ ਲਾਸ ਉਹਨਾਂ ਮੈਟਰ ਕਰਦਾ ਹੈਗਾ, ਬਿਕੋਜ਼ ਐਕਸਪੈਂਸਿਸ ਤੇ ਉੱਥੇ ਹੀ ਹੈਗੇ ਨੇ, ਬਟ ਜਦੋਂ ਇਨਫਲੋ ਆਫ ਇਨਕਮ ਨਹੀਂ ਹੁੰਦੀ ਤੇ ਉਹ ਨੈਗੇਟਿਵਲੀ ਇੰਪੈਕਟ ਕਰਦੀ ਹੈਗੀ ਹੈ। ਯੂ ਆਰ ਰਾਈਟ, ਨਾਟ ਓਨਲੀ ਕਾਲਜਸ ਬਟ ਲੋਟ ਆਫ ਬਿਜ਼ਨਸਿਸ ਵੀ ਹੈਵ ਆਲਰੇਡੀ ਸੀਨ ਕਿ ਦੇ ਆਰ ਇਨਟੂ ਰੈਡ, ਐਂਡ ਉਹਨਾਂ ਦਾ ਸਰਵਾਈਵ ਕਰਨਾ ਵੀ ਮੁਸ਼ਕਿਲ ਹੋ ਗਿਆ। ਈਵਨ ਰੈਸਟੋਰੈਂਟ ਇੰਡਸਟਰੀ, ਹਸਪਿਟੈਲਿਟੀ ਸੈਕਟਰ ਦੀ ਗੱਲ ਕਰੀਏ ਤੇ ਦੇ ਆਰ in a big red at the moment. So yes, colleges, ਛੋਟੇ colleges ਦੇ ਵਿੱਚ ਹੀਟ ਜ਼ਿਆਦਾ ਹੁੰਦੀ ਹੈ ਬਿਕੋਜ਼ ਉਸ ਤਰ੍ਹਾਂ ਦੇ ਫਾਈਨੈਂਸ਼ੀਅਲ ਬੈਕਅਪਸ ਨਹੀਂ ਹੁੰਦੇ। ਜਿਹੜੇ ਵੱਡੇ ਇੰਸਟੀਟਿਊਟਸ ਹੁੰਦੇ ਨੇ ਉਹਨਾਂ ਨੂੰ colleges ਗਵਰਨਮੈਂਟਸ ਵੀ ਹੈਲਪ ਕਰਦੀਆਂ ਹੈਗੀਆਂ, ਨਾਲੇ ਉਹਨਾਂ ਨੂੰ ਬੈਕਅਪਸ ਉਹਨਾਂ ਦੇ ਬੜੇ ਸਟਰੋਂਗ ਹੁੰਦੇ ਨੇ, ਬਫਰਸ ਬੜੇ ਸਟਰੋਂਗ ਹੁੰਦੇ ਨੇ। ਯੈਸ, ਯੂ ਆਰ ਰਾਈਟ ਕਿ colleges will get affected, lot of colleges will see that closures, lot of businesses will see that closure, ਬਟ ਅੱਜ ਦੀ ਤਰੀਕ ਦੇ ਵਿੱਚ ਇੱਕੋ ਹੀ ਚੀਜ਼ ਕਹਾਂਗਾ ਕਿ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ ਪੂਰੀ ਸਿੰਸੀਅਰਿਟੀ ਨਾਲ, ਓਨੈਸਟੀ ਨਾਲ ਕੰਮ ਕਰੋ, ਐਂਡ ਖਾਸ ਕਰ ਇੰਟਰਨੈਸ਼ਨਲ ਸਟੂਡੈਂਟ, ਚਾਹੇ ਤੁਸੀਂ ਅਲਬਰਟਾ 'ਚ ਬੈਠੇ ਹੋ ਭਾਵੇਂ ਓਨਟਾਰੀਓ ਦੇ ਵਿੱਚ ਬੈਠੇ ਹੋ, ਐਂਡ 1 ਸਾਲ ਨਿਕਲ ਗਿਆ ਤੁਹਾਡੀ ਜੌਬ ਦਾ, ਪੋਸਟ ਗ੍ਰੈਡ ਵਰਕ ਪਰਮਿਟ ਦਾ, 3 ਸਾਲ ਦਾ ਹੀ ਵਰਕ ਪਰਮਿਟ ਸੀਗਾ ਜਿਹੜਾ ਹਾਲੇ ਐਕਸਟੈਂਡ ਹੁੰਦਾ ਨਜ਼ਰ ਨਹੀਂ ਆ ਰਿਹਾ ਐਜ਼ ਆਫ ਟੂਡੇ, ਸੋ 2 ਸਾਲ ਦਾ ਰਹਿ ਗਿਆ ਜਾਂ 1.5 ਸਾਲ ਦਾ ਰਹਿ ਗਿਆ। ਪਲਾਨ ਯੋਰ ਕੈਰੀਅਰ ਵੈਰੀ ਵੈਲ। ਇਸ ਤਰ੍ਹਾਂ ਨਾ ਹੋਵੇ ਕਿ ਤੁਹਾਡਾ ਸਾਲ ਸਵਾ ਸਾਲ ਵੀ ਨਿਕਲ ਜਾਵੇ ਕਿ ਤਾਂ ਤੁਹਾਨੂੰ ਸਮਝ ਆਵੇ ਕਿ ਮੈਂ ਕਿਹੜੀ ਪੋਜੀਸ਼ਨ ਦੇ ਵਿੱਚ ਆ ਗਿਆ। ਐਂਡ ਖਾਸ ਕਰ ਇੰਟਰਨੈਸ਼ਨਲ ਸਟੂਡੈਂਟਸ ਅੱਜ ਦੀ ਤਰੀਕ ਦੇ ਵਿੱਚ ਵੀ ਆਈ ਵੁੱਡ ਸੇ Atlantic provinces have got amazing opportunities. ਸਾਡੇ ਕੋਲ ਵੀ ਕੁਝ ਓਪਰਚੁਨਿਟੀਜ਼ ਹੈਗੀਆਂ ਹਸਪਿਟੈਲਿਟੀ ਸੈਕਟਰ ਦੀਆਂ। ਜੇ ਤੁਸੀਂ ਹਸਪਿਟੈਲਿਟੀ ਸੈਕਟਰ ਦਾ ਐਕਸਪੀਰੀਅੰਸ ਹੈਗਾ, ਨਿਊ ਫਾਊਂਡਲੈਂਡ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ, ਇੱਥੇ ਤੁਸੀਂ ਸਟੱਡੀ ਹਸਪਿਟੈਲਿਟੀ ਸੈਕਟਰ ਦੀ ਕੀਤੀ ਹੋ, ਬੈਕਗ੍ਰਾਉਂਡ ਤੁਹਾਡੀ ਹੈਗੀ ਆ ਹਸਪਿਟੈਲਿਟੀ ਸੈਕਟਰ ਦੀ, ਈਵਨ 6 ਮਹੀਨਿਆਂ ਦੇ ਬਾਅਦ ਵਿੱਚ ਵੀ ਤੁਸੀਂ PR ਵਾਸਤੇ, PNP ਵਾਸਤੇ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਅਦਰਵਾਈਜ਼ ਤੁਹਾਨੂੰ 1 ਸਾਲ ਕੰਮ ਕਰਨਾ ਪਏਗਾ, ਕੁਡ ਬੀ ਨੌਕ B, ਕੁਡ ਬੀ ਨੌਕ C ਜੌਬਸ, ਬਟ ਜਾਂ ਤੇ ਡੈਜ਼ਿਗਨੇਟਿਡ EMPLOYER ਹੈਗੇ ਨੇ ਜਾਂ ਉਹ EMPLOYERS ਹੈਗੇ ਨੇ ਜਾਂ ਜਿਹੜੇ PNP ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਨੇ। ਗੋ ਐਂਡ ਵਰਕ ਵਿਦ ਦੋਜ਼ EMPLOYERS। 1 ਸਾਲ ਕੰਮ ਕਰਨ ਤੋਂ ਬਾਅਦ ਤੁਸੀਂ PR ਵਾਸਤੇ ਐਲੀਜੀਬਲ ਹੋ ਸਕਦੇ ਹੋ। ਇੱਥੇ ਓਨਟਾਰੀਓ ਦੇ ਵਿੱਚ ਜੇ ਤੁਸੀਂ ਕੰਮ ਕਰ ਰਹੇ ਹੋ, ਭਾਵੇਂ ਕਿਸੇ ਵੀ ਜਗ੍ਹਾ ਕਰ ਰਹੇ ਹੋ, ਮੁਸਕੋਕਾ ਕੰਮ ਕਰ ਰਹੇ ਹੋ, ਕਿੰਗਸਟਨ ਦੇ ਵਿੱਚ ਕੰਮ ਕਰ ਰਹੇ ਹੋ, ਆਟਵਾ ਦੇ ਵਿੱਚ ਕੰਮ ਕਰ ਰਹੇ ਹੋ, ਨਿਆਗਰਾ ਦੇ ਵਿੱਚ ਕੰਮ ਕਰ ਰਹੇ ਹੋ, ਕਿਤੇ ਵੀ ਅਕ੍ਰੋਸ ਕੈਨੇਡਾ ਕੰਮ ਕਰ ਰਹੇ ਹੈਗੇ ਹੋ, ਐਂਡ ਯੂ ਆਰ ਤੁਹਾਨੂੰ ਆਪਸ਼ਨਸ ਚਾਹੀਦੀਆਂ ਹੈਗੀਆਂ, ਯੂ ਲੁਕਿੰਗ ਕਿ ਆਪਸ਼ਨਸ ਕਿਹੜੀਆਂ ਤੁਹਾਡੇ ਵਾਸਤੇ ਬੈਸਟ ਕੰਮ ਕਰਨਗੀਆਂ, come down and seek advice from us. We will consult you looking into your circumstances ਕਿ ਕਿਹੜੀ opportunity best work ਕਰੇਗੀ। ਇਸੇ ਤਰ੍ਹਾਂ ਜਿਹੜੇ ਕੋਈ ਵਿਜ਼ਿਟ ਤੇ ਕੈਨੇਡਾ ਬੈਠੇ ਹੋਏ ਨੇ, ਖੇਤੀਬਾੜੀ ਕਰਦੇ ਆਏ ਨੇ ਬੈਕ ਹੋਮ ਤੋਂ, ਜ਼ਮੀਂਦਾਰੀ ਕਰਦੇ ਆਏ ਨੇ, ਕਿਸੇ ਦਾ ਗੈਸ ਸਟੇਸ਼ਨ ਹੈਗਾ, ਕਿਸੇ ਦਾ ਬਿਜ਼ਨਸ ਹੈਗਾ, there are lot of opportunities that can be worked out for businessmen as well. ਬਿਜ਼ਨਸਮੈਨ ਵਾਸਤੇ ਅਸੀਂ ਓਨਰ ਆਪਰੇਟਰ ਦੀ ਗੱਲ ਕਰੀਏ, ਅਸੀਂ ਸਟਾਰਟਅਪਸ ਦੀ ਗੱਲ ਕਰੀਏ, ਅਸੀਂ ਇੰਟਰਾ ਕੰਪਨੀ ਟ੍ਰਾਂਸਫਰ ਦੀ ਗੱਲ ਕਰੀਏ, ਅਸੀਂ PNP ਐਂਟਰਪ੍ਰੀਨਿਓਰ ਦੀ ਗੱਲ ਕਰ ਲਈਏ, ਆ ਕੇ ਡਿਸਕਸ ਕਰੋ ਐਂਡ ਵੀ ਵਿਲ ਸੁਜੈਸਟ ਕਿ ਮੋਸਟ ਬੈਸਟ ਓਪਰਚੁਨਿਟੀ ਤੁਹਾਡੇ ਵਾਸਤੇ ਕਿਹੜੀ ਰਹੇਗੀ ਚਾਰਾਂ ਵਾਸਤੇ, ਲੁਕਿੰਗ ਇਨਟੂ ਯੋਰ ਸਰਕਮਸਟੈਂਸਸ ਐਂਡ ਤੁਹਾਡੇ PR ਦੇ ਚਾਂਸਸ ਵੀ ਦੇਖ ਕੇ, ਬਿਕੋਜ਼ ਸਟਾਰਟਅਪ ਇੱਕ ਵੀਜ਼ਾ ਹੈਗਾ ਜਿਹਦੇ ਵਿੱਚ ਤੁਸੀਂ ਸਟ੍ਰੇਟ ਲੈਂਡ ਕਰ ਸਕਦੇ ਹੋ ਐਜ਼ ਅ ਪਰਮਾਨੈਂਟ ਰੈਜ਼ੀਡੈਂਟ। ਬਾਕੀ ਅਸੀਂ ਇੰਟਰਾ ਕੰਪਨੀ ਦੀ ਗੱਲ ਕਰੀਏ, ਓਨਰ ਆਪਰੇਟਰ ਦੀ ਗੱਲ ਕਰ ਲਈਏ, PNP ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਤੁਸੀਂ ਸਟ੍ਰੇਟ PR ਨਹੀਂ ਆਓਗੇ, ਉਹਨਾਂ ਦੇ ਵਿੱਚ ਤੁਸੀਂ ਪਹਿਲੇ ਵਰਕ ਪਰਮਿਟ ਤੇ ਆਓਗੇ, ਬਿਜ਼ਨਸ ਐਸਟੈਬਲਿਸ਼ ਕਰੋਗੇ ਐਂਡ ਦੈਨ ਯੂ ਵਿਲ ਕੁਆਲੀਫਾਈ ਫॉर ਪਰਮਾਨੈਂਟ ਰੈਜ਼ੀਡੈਂਸੀ ਆਫਟਰ 1 ਈਅਰ। ਸੋ ਇਹੋ ਜਿਹੀਆਂ ਚੀਜ਼ਾਂ ਤੁਸੀਂ ਆ ਕੇ ਡਿਸਕਸ ਕਰ ਸਕਦੇ ਹੋ ਐਂਡ ਵੀ ਕੈਨ ਗਾਈਡ ਯੂ ਓਵਰ ਦਾ ਫੋਨ ਐਜ਼ ਵੈਲ। ਬਿਲਕੁਲ ਜੀ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਦਰਸ਼ਕਾਂ ਨੂੰ ਤੁਸੀਂ ਕਾਫੀ ਕੀਮਤੀ ਜਾਣਕਾਰੀ ਦਿੱਤੀ ਹੈ, ਪਰ ਇਸ ਵਕਤ ਐਲਬਰਟਾ ਨੂੰ ਲੈ ਕੇ ਥੋੜੀ ਜੀ ਦਰਸ਼ਕਾਂ ਦੇ ਵਿੱਚ ਜਿਹੜੇ ਇਸ ਵਕਤ ਐਲਬਰਟਾ ਵਿੱਚ ਹੈਗੇ ਨੇ ਆਪਣਾ ਫਿਊਚਰ ਉਹਨਾਂ ਨੂੰ ਥੋੜਾ ਕੁਐਸਚਨ ਮਾਰਕ ਜ਼ਰੂਰ ਨਜ਼ਰ ਆ ਰਿਹਾ, ਪਰ ਜਾਣ ਤੋਂ ਪਹਿਲਾਂ ਦਰਸ਼ਕ ਇਸ ਵਕਤ ਜਿਹੜੇ ਤੁਹਾਨੂੰ ਦੇਖ ਰਹੇ ਨੇ ਤੁਹਾਡੇ ਨਾਲ ਸੰਪਰਕ ਸਾਧਨਾ ਚਾਹੁੰਦੇ ਨੇ, ਕਿਵੇਂ ਤੁਹਾਡੇ ਨਾਲ ਗੱਲ ਕਰ ਸਕਦੇ ਨੇ? ਕਰਨ ਜੀ ਸਾਡਾ ਫੋਨ ਨੰਬਰ ਹੈਗਾ 9054612424 ਜਾਂ ਫਿਰ ਸਾਡੇ ਈਮੇਲ ਆਈਡੀ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ info@iccimmigration.ca। ਜੇ ਤੁਸੀਂ 1 ਜਾਂ 2 ਸਵਾਲ ਪੁੱਛਣੇ ਨੇ ਜਾਂ 3 ਸਵਾਲ ਪੁੱਛਣੇ ਨੇ, ਵੀ ਕੈਨ ਟਾਕ ਓਵਰ ਦਾ ਫੋਨ ਐਂਡ ਵੀ ਕੈਨ ਆਨਸਰ ਯੂਰ ਕੁਐਰੀਜ਼। ਬਟ ਜੇ ਤੁਸੀਂ ਡੈਪਥ ਦੇ ਵਿੱਚ ਜਾ ਕੇ ਤਾਂ ਆਪਣਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ, ਆਪਣੀ ਓਪਰਚੁਨਿਟੀਜ਼ ਡਿਸਕਸ ਕਰਨਾ ਚਾਹੁੰਦੇ ਹੋ, ਵੀ ਕੈਨ ਡਿਸਕਸ ਇਟ ਓਵਰ ਦਾ ਫੋਨ, ਓਵਰ ਦਾ ਸਕਾਈਪ ਐਜ਼ ਵੈਲ। ਐਂਡ ਉਹਦੇ ਵਾਸਤੇ ਬੈਟਰ ਹੈਗਾ ਕਿ ਤੁਸੀਂ ਪੇਡ ਕੰਸਲਟੇਸ਼ਨ ਲਓ। ਪੇਡ ਕੰਸਲਟੇਸ਼ਨ ਦੇ ਨਾਲ ਤੁਸੀਂ 15-20 ਮਿੰਟ, ਅੱਧਾ ਘੰਟਾ ਸਾਡੇ ਨਾਲ ਆਪਣਾ ਕੇਸ, ਪੂਰੀ ਓਪਰਚੁਨਿਟੀ, ਸਾਰੀਆਂ ਕੈਟੇਗਰੀਜ਼ ਡਿਸਕਸ ਕਰ ਸਕਦੇ ਹੋ ਐਂਡ ਵੀ ਕੈਨ ਸੁਜੈਸਟ ਯੂ, ਬਿਕੋਜ਼ ਉਹ ਸਾਡੇ ਟਾਈਮ ਦੀ ਵੀ ਤੁਸੀਂ ਰਿਸਪੈਕਟ ਕਰੋ, ਅਸੀਂ ਵੀ ਤੁਹਾਡੀ ਰਿਸਪੈਕਟ ਕਰਾਂਗੇ, ਬਿਕੋਜ਼ ਵੀ ਆਰ ਆਨਸਰਿੰਗ ਆਲ ਯੂਰ ਕੁਐਰੀਜ਼ ਇਨ ਦਾ ਨੈਕਸਟ
15-20 ਮਿੰਟਸ ਔਰ ਹਾਫ ਐਨ ਆਰ। ਸੋ ਉਹ ਦੈਟ ਇਜ਼ ਅ ਬੈਟਰ ਆਪਸ਼ਨ। ਭਾਵੇਂ ਤੁਸੀਂ ਬਿਜ਼ਨਸਮੈਨ ਹੈਗੇ ਹੋ, ਕੈਨੇਡਾ ਵਿਜ਼ਿਟ ਤੇ ਹੈਗੇ ਹੋ, ਜਾਂ LMIA ਬਾਰੇ ਡਿਸਕਸ ਕਰਨਾ ਚਾਹੁੰਦੇ ਹੋ, PNP ਬਾਰੇ ਡਿਸਕਸ ਕਰੋ, ਗਿਵ ਅਸ ਅ ਕਾਲ ਔਰ ਸੈਂਡ ਅਸ ਐਨ ਈਮੇਲ ਐਂਡ ਥੀਸ ਆਰ ਦ ਬੈਸਟ ਵੇਜ਼ ਟੂ ਰੀਚ ਅਸ। ਬਿਲਕੁਲ ਜੀ, ਸ਼ੁਕਰੀਆ ਸਰ ਆਉਣ ਲਈ ਤੇ ਇੱਕ ਨਵੀਂ ਜਾਣਕਾਰੀ ਦੇਣ ਲਈ ਸ਼ੁਕਰੀਆ। ਥੈਂਕ ਯੂ ਤਰਨ ਜੀ, ਇਟ ਇਜ਼ ਆਲਵੇਜ਼ ਅ ਪਲੇਜ਼ਰ। ਤਾਂ ਦੋਸਤੋ, ਇਹ ਸੀ ਸਾਡਾ ਅੱਜ ਦਾ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ। ਤੁਸੀਂ ਮਨੂ ਦੱਤਾ ਜੀ ਨਾਲ ਗੱਲ ਕਰਨਾ ਚਾਹੁੰਦੇ ਹੋ, ਉਹਨਾਂ ਦੇ ਨਾਮ ਦੇ ਨੀਚੇ ਬਾਕਸ ਦੇ ਵਿੱਚ ਉਹਨਾਂ ਦਾ ਨੰਬਰ ਲਿਖਿਆ ਹੋਇਆ, ਨਾਲ ਈਮੇਲ ਆਈਡੀ ਦਿੱਤੀ ਹੋਈ ਆ, ਉੱਥੇ ਕਾਲ ਕਰ ਸਕਦੇ ਹੋ। ਆਪਣਾ ਕੋਈ ਵੀ ਕੇਸ ਲਗਾਉਣ ਤੋਂ ਪਹਿਲਾਂ ਇੱਕ ਭਰੋਸੇਮੰਦ ਇਮੀਗ੍ਰੇਸ਼ਨ ਕੰਸਲਟੈਂਟ ਦੀ ਸਲਾਹ ਜ਼ਰੂਰ ਲੈ ਲਿਓ। ਸੋ ਇਸ ਦੇ ਨਾਲ ਹੀ ਫਿਲਹਾਲ ਸਾਨੂੰ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।